यूनिवर्सिटी ने वैलकम किया तुहानू? ਸਾਰਿਆਂ ਨੇ ਮੈਨੂੰ ਬੜੇ ਪਿਆਰ ਨਾਲ ਉੱਥੇ स्टूडेंट तुहानू वैलकम करते पे तुसीं फीसां ही बहुत रखते। ਫੀਸਾਂ ਦਾ ਵੀ ਸਮੇਂ ਦੇ ਨਾਲ ਕੁਛ ਨਾ ਕੁਛ ਵਧਣਾ ਵੀ ਲਾਜ਼ਮੀ ਹੈ। ਅੱਜ ਵੀ BA ਦੀ ਸਾਲ ਦੀ ਫੀਸ 14,000 ਰੁਪਏ ਮੇਰਾ 29 ਕਰੋੜ ਮਹੀਨੇ ਦਾ ਸੈਲਰੀ ਦੇ ਔਰ ਮੈਨੂੰ ਸਰਕਾਰ 9.5 ਕਰੋੜ ਦੀ ਮੈਂ ਇਹ ਗੈਪ ਪੂਰਾ ਨਹੀਂ ਕਰ ਸਕਦਾ। ਜੇ ਤੁਸੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਪਿਓ, ਕਿਸਾਨੀ ਮਾਡਲ ਦੀ ਗੱਲ ਕਰਦੇ ਪਿਓ, ਤੇ ਉਹਨਾਂ ਨੂੰ ਤਾਂ ਆਪਣੇ ਆਪ ਹੀ ਜਵਾਬ ਹੈ। ਕਿਸਾਨ ਅੰਦੋਲਨ ਹੈ ਤੇ ਇਤਿਹਾਸ ਬਣ ਰਿਹਾ ਹੈ, ਸੋ ਇਹਦਾ ਇਤਿਹਾਸ ਲਿਖਾਉਣਾ ਤੇ ਇਹਦੇ ਉੱਤੇ ਖੋਜ ਕਰਨਾ ਤੇ ਯੂਨੀਵਰਸਿਟੀ ਦਾ ਇੱਕ ਆਪਣੇ ਆਪ 'ਚ ਕੰਮ ਹੋਣਾ ਚਾਹੀਦਾ। ਤੇ ਯੂਥ ਫੈਸਟੀਵਲ ਹੋਏ ਆ ਪਿੱਛੇ ਜਿਹੇ, ਤੁਸੀਂ ਉੱਥੇ ਨਾਅਰੇ ਲਾਏ ਆ, ਕੁਛ ਮੈਨੂੰ ਪਤਾ ਲੱਗਿਆ ਨਾਅਰੇ ਕਿਹੜੇ ਲਾਏ ਸੀ? ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਯੂਥ ਫੈਸਟੀਵਲ 'ਚ ਵੀ ਮਾਹੌਲ ਉੱਥੇ ਕਿਸਾਨ ਮਜ਼ਦੂਰ ਏਕਤਾ ਦਾ ਸੀ। ਇਹਨਾਂ ਨੂੰ ਦੇਖਿਆ ਲੋਕਾਂ ਨੇ ਤਾਂ ਕਹਿੰਦੇ ਵੀ ਇਹ ਪੰਜਾਬੀ ਦੀ ਗੱਲ ਪਤਾ ਨਹੀਂ ਕਰਨਗੇ ਕਿ ਨਹੀਂ ਕਰਨਗੇ, ਤੁਸੀਂ ਕਿਹਾ ਸੀ ਮੈਂ ਕਰੂੰਗਾ। ਕਿਸੇ ਦੁਕਾਨ ਦਾ ਫੱਟਾ ਕੇਵਲ ਅੰਗਰੇਜ਼ੀ 'ਚ ਨਹੀਂ ਹੋਣਾ ਚਾਹੀਦਾ। ਆਮ ਮਨੁੱਖ ਨੂੰ ਆਪਣੀ ਡਾਕਟਰੀ ਪਰਚੀ ਪੰਜਾਬੀ ਤੇ ਅੰਗਰੇਜ਼ੀ ਦੋਵਾਂ 'ਚ ਮਿਲੇ। ਫਿਰ ਪੰਜਾਬੀ ਯੂਨੀਵਰਸਿਟੀ ਦਾ ਇਹ ਹਾਲ ਆ ਜਿਹੜਾ ਅੱਜ ਹੋਇਆ, ਉਸ ਦੇ ਲਈ ਜ਼ਿੰਮੇਵਾਰ ਤੁਸੀਂ ਕਿਸੇ ਨੂੰ ਮੰਨਦੇ ਹੋ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂ ਨਹੀਂ? ਸਰਕਾਰ ਜੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਵਿੱਤੀ ਸੰਕਟ ਤੋਂ ਨਹੀਂ ਬਾਹਰ ਕੱਢਦੀ, ਇਹ ਇੱਕ ਇਤਿਹਾਸਕ ਗਲਤੀ ਹੋਵੇਗੀ। ਸਿੱਖਿਆ ਬਹੁਤ ਮਹੱਤਵਪੂਰਨ ਵਿਸ਼ਾ ਹੈ ਤੇ ਸਿੱਖਿਆ ਤੇ ਸਿਆਸਤ ਬਹੁਤ ਹੁੰਦੀ ਹੈ, ਪਰ ਸਿੱਖਿਆ ਨੂੰ ਸਿੱਖਿਆ ਦੇ ਵਜੋਂ ਦੇਖਿਆ ਕਿੰਨਾ ਜਾਂਦਾ ਹੈ। ਸਾਡਾ ਸਵਾਲ ਇਹ ਹੈ, ਲਗਾਤਾਰ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਰੋਜ਼ ਡਿਬੇਟਸ ਵਿੱਚ ਵੀ ਇਹ ਸਵਾਲ ਅਸੀਂ ਚੁੱਕਦੇ ਹਾਂ। ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਤੇ ਅੱਜ ਇਸੇ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ, ਕਿਉਂਕਿ ਇਸ ਵਿਸ਼ੇ ਤੇ ਜੋ ਪਹਿਲਾਂ ਗੱਲ ਕੀਤੀ ਸੀ ਉਸ ਦੀ ਰਿਪੋਰਟ ਵੀ ਲੈਣੀ ਹੈ। ਤੇ ਪ੍ਰੋਫੈਸਰ ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ। ਇਸ ਤੋਂ ਜ਼ਿਆਦਾ ਮੈਨੂੰ ਦੱਸਣ ਦੀ ਜ਼ਰੂਰਤ ਹੈਗੀ। ਪ੍ਰੋਫੈਸਰ ਅਰਵਿੰਦ, ਬਹੁਤ ਸਵਾਗਤ ਹੈ ਸਰ ਜੀ। ਪਿਛਲੀ ਵਾਰ ਜੋ ਤੁਸੀਂ ਮਿਲੇ ਸੀਗੇ, ਮੈਂ ਤੁਹਾਡੇ ਨਾਲ ਹੱਥ ਨਹੀਂ ਮਿਲਾ ਸਕਿਆ ਸੀ, ਤੁਸੀਂ ਕਿਹਾ ਸੀ ਕੋਵਿਡ ਦੇ ਪ੍ਰੋਟੋਕਾਲ ਹੈ ਜੀ। ਅੱਜ ਮਿਲਾ ਸਕਦੇ? ਅੱਜ ਮਿਲਾਇਆ ਜਾ ਸਕਦਾ ਜੀ, ਕਿਉਂ ਨਹੀਂ ਮਿਲਾਇਆ ਜਾ ਸਕਦਾ? ਵੈਲਕਮ ਸਰ। ਯੂਨੀਵਰਸਿਟੀ ਨੇ ਵੈਲਕਮ ਕੀਤਾ ਤੁਹਾਨੂੰ? ਬਿਲਕੁਲ ਕੀਤਾ ਯੂਨੀਵਰਸਿਟੀ ਨੇ ਵੈਲਕਮ, ਮੈਨੂੰ ਬਿਲਕੁਲ ਵੈਲਕਮ ਕੀਤਾ। ਔਰ ਪੰਜਾਬੀ ਯੂਨੀਵਰਸਿਟੀ 'ਚ ਜਾਣ ਤੋਂ ਪਹਿਲੇ ਮੇਰੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਜੀ, ਤੇ ਮੈਂ ਬਹੁਤ ਸਾਰੇ ਵਿਚਾਰ ਲੈ ਕੇ ਉੱਥੇ ਗਿਆ ਸਾਂ ਤੇ ਮੈਨੂੰ ਬਹੁਤ ਸਾਰੀਆਂ ਐਪਰੀਹੈਂਸ਼ਨਸ ਵੀ ਸੀ ਕਿ ਯੂਨੀਵਰਸਿਟੀ ਮੈਨੂੰ ਕਿਸ ਢੰਗ ਨਾਲ ਵੈਲਕਮ ਕਰੇਗੀ। ਪਰ ਉੱਥੇ ਜਾ ਕੇ ਮੈਨੂੰ ਇੰਨਾ ਵਧੀਆ ਮਹਿਸੂਸ ਹੋਇਆ, ਹਾਲਾਂਕਿ ਮੁਸ਼ਕਲਾਂ ਵੀ ਬਹੁਤ ਆਈਆਂ, ਕਿ ਵਿਦਿਆਰਥੀਆਂ ਨੇ, ਪ੍ਰੋਫੈਸਰਾਂ ਨੇ, ਈਵਨ ਕਰਮਚਾਰੀਆਂ ਨੇ, ਸਾਰਿਆਂ ਨੇ ਮੈਨੂੰ ਬੜੇ ਪਿਆਰ ਨਾਲ ਉੱਥੇ ਵੈਲਕਮ ਕੀਤਾ। ਤੁਹਾਡਾ ਵੈਲਕਮ ਹੋਇਆ, ਸਟੂਡੈਂਟ ਤੁਹਾਨੂੰ ਵੈਲਕਮ ਕਰਦੇ ਪਏ, ਤੁਸੀਂ ਫੀਸਾਂ ਹੀ ਬਹੁਤ ਵਧਾਤੀਆਂ? ਨਹੀਂ, ਵੇਖੋ ਉਹ ਚੱਲਦਾ ਰਹਿੰਦਾ ਹੈ ਯੂਨੀਵਰਸਿਟੀਆਂ ਦੇ ਵਿੱਚ ਇਹ ਗੱਲ। ਜੇ ਫੀਸਾਂ ਵਧਣਗੀਆਂ, ਵਿਦਿਆਰਥੀਆਂ ਦੇ ਉੱਤੇ ਰੋਸ ਹੋਣਾ ਵੀ ਲਾਜ਼ਮੀ ਹੈ ਤੇ ਫੀਸਾਂ ਦਾ ਵੀ ਸਮੇਂ ਦੇ ਨਾਲ ਕੁਛ ਨਾ ਕੁਛ ਵਧਣਾ ਵੀ ਲਾਜ਼ਮੀ ਹੈ। ਪਰ ਪੰਜਾਬੀ ਯੂਨੀਵਰਸਿਟੀ ਅੱਜ ਵੀ ਉਹਨਾਂ ਅਦਾਰਿਆਂ 'ਚੋਂ ਹੈ ਜੋ ਇੱਕ ਥੋੜ੍ਹੀ ਫੀਸ ਨਾਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ, ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਦੇਣ 'ਚ ਵਿਸ਼ਵਾਸ ਕਰਦੀ ਹੈ ਔਰ ਥੋੜ੍ਹੇ ਬਹੁਤੇ ਵਾਧੇ ਤੋਂ ਬਾਅਦ ਵੀ ਉਹ ਇਸੇ ਅਪਰੋਚ ਨੂੰ ਅੱਗੇ ਵਧਾਏਗੀ। ਕਿੰਨੀਆਂ ਮੰਗਾਂ ਮੰਨ ਲਈਆਂ ਤੁਸੀਂ ਉਹਨਾਂ ਦੀਆਂ? ਮੰਗਾਂ ਉਹਨਾਂ ਦੀਆਂ ਜਿਹੜੀਆਂ ਵੀ ਠੀਕ ਠਾਕ ਰੀਜ਼ਨੇਬਲ ਗੱਲਾਂ ਸੀ ਉਹ ਸਾਰੀਆਂ ਹੀ ਲਗਭਗ ਅਸੀਂ ਮੰਨੀਆਂ ਨੇ। ਕਿਹੜੀ ਬਾਕੀ ਹੈ? ਬਾਕੀ ਵੀ ਕੋਈ ਏਡੀ ਨਹੀਂ ਹੈ। ਜਿਹੜਾ ਸਾਡਾ ਫੀਸ ਦਾ ਵਾਧਾ ਸੀ, ਟੋਕਨ 10% ਅਸੀਂ ਵਧਾਇਆ ਸੀ ਬੜੇ ਸਾਲਾਂ ਬਾਅਦ, ਉਹ ਤਾਂ ਅਸੀਂ ਅਜੇ ਉਸ ਤਰ੍ਹਾਂ ਸਾਡੀ ਉਹਦੇ ਤੇ ਕੋਈ ਨਹੀਂ ਹੋਈ ਗੱਲਬਾਤ ਉਹਨੂੰ ਵਾਪਸ ਲੈਣ ਦੀ। ਪਰ ਕੁਝ ਜਿਹੜੇ ਅਸੀਂ ਨਵੇਂ ਕੋਰਸ ਖੋਲ੍ਹੇ ਸੀ ਉਹਨਾਂ 'ਚ ਉਹਨੂੰ ਲੱਗ ਰਿਹਾ ਸੀ ਫੀਸਾਂ ਜ਼ਿਆਦਾ ਨੇ, ਉਹ ਅਸੀਂ ਰੀਜ਼ਨੇਬਲ ਕਰ ਦਿੱਤੀਆਂ, ਹਾਲਾਂਕਿ ਪਹਿਲਾਂ ਵੀ ਉਹ ਰੀਜ਼ਨੇਬਲ ਸਕੇਲ 'ਤੇ ਹੀ ਸੀ। ਸਾਡਾ ਸਾਰਾ ਹੀ ਫੀਸ ਸਟਰਕਚਰ ਬਹੁਤ ਰੀਜ਼ਨੇਬਲ ਸਕੇਲ 'ਤੇ। ਪ੍ਰੋਫੈਸਰ ਅਰਵਿੰਦ, ਮੈਨੂੰ ਇਹ ਸਵਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ, ਪਰ ਇਹ ਜ਼ਰੂਰਤ ਪੈ ਰਹੀ ਹੈ। ਕੋਵਿਡ ਦੇ ਦਿਨਾਂ ਵਿੱਚ ਸਾਡਾ ਅਰਥਚਾਰੇ ਦਾ ਕੀ ਹਾਲ ਹੈ, ਸਾਡੇ ਰੁਜ਼ਗਾਰ ਦਾ ਕੀ ਹਾਲ ਹੈ, ਉਸ ਦੇ ਬਾਵਜੂਦ ਜੇ ਤੁਸੀਂ ਫੀਸਾਂ ਵਧਾ ਰਹੇ ਹੋ ਤਾਂ ਫਿਰ ਲੋਕ ਪ੍ਰਾਈਵੇਟ ਤੇ ਸਰਕਾਰੀ ਯੂਨੀਵਰਸਿਟੀ ਨੂੰ ਇੱਕੋ ਲੈਵਲ 'ਤੇ ਮੰਨਣ ਲੱਗ ਪੈਣਗੇ। ਦੇਖੋ ਜੀ, 8 ਤੋਂ 10 ਗੁਣਾ ਦਾ ਫਰਕ ਹੈ ਸਾਡੀਆਂ ਫੀਸਾਂ ਦਾ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਫੀਸਾਂ ਦਾ। ਤੁਹਾਨੂੰ ਪਤਾ ਹੈ ਸਾਡੀ ਯੂਨੀਵਰਸਿਟੀ 'ਚ ਅੱਜ ਵੀ BA ਦੀ ਸਾਲ ਦੀ ਫੀਸ 14,000 ਰੁਪਏ। ਈਵਨ ਕੈਂਪਸ ਦੇ ਵਿੱਚ ਜਿਹੜਾ ਸਾਡੇ ਜਿਹੜੇ ਕੋਰਸ ਚੱਲਦੇ, ਜਿਹੜੇ ਅਸੀਂ 5 ਸਾਲਾ ਨਵੇਂ ਕੋਰਸ ਸ਼ੁਰੂ ਕੀਤੇ ਹੈ, ਉਹਨਾਂ ਦੀ ਵੀ ਸਾਰੀਆਂ ਫੀਸਾਂ ਜਿਹੜੀਆਂ ਉਹ ਲਗਭਗ 13-14,000 ਸਾਲ ਤੋਂ ਸ਼ੁਰੂ ਹੋ ਕੇ ਤੇ ਵੱਧ ਤੋਂ ਵੱਧ 40-45-50,000 ਸਾਲ ਤੱਕ ਖਤਮ ਹੋ ਜਾਂਦੀਆਂ ਨੇ। ਤੇ ਪ੍ਰਾਈਵੇਟ ਯੂਨੀਵਰਸਿਟੀ ਦੀਆਂ ਫੀਸਾਂ ਤੇ ਇਸ ਤੋਂ ਕਿਤੇ ਉੱਪਰ ਜਾ ਕੇ ਸ਼ੁਰੂ ਹੁੰਦੀਆਂ ਨੇ। ਇੱਥੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਫੀਸਾਂ ਇਸ ਤੋਂ ਦੁੱਗਣੀਆਂ ਤੋਂ ਵੀ ਜ਼ਿਆਦਾ ਨੇ। ਸਟੂਡੈਂਟ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਮੈਂ ਪਹਿਲਾਂ ਵੀ ਇਹ ਸਵਾਲ ਤੁਹਾਡੇ ਅੱਗੇ ਰੱਖਿਆ ਸੀਗਾ ਕਿ ਰਿਜ਼ਲਟ ਆ ਜਿਹੜਾ ਉਹ ਉਹਨਾਂ ਦਾ ਲੇਟ ਆਉਂਦਾ, ਜਦੋਂ ਉਹਨਾਂ ਨੇ ਕਿਤੇ ਹੋਰ ਆਪਦਾ ਐਡਮਿਸ਼ਨ ਲੈਣੀ ਹੁੰਦੀ ਹੈ ਉਹਨਾਂ ਵਿੱਚ ਉਹਨਾਂ ਨੂੰ ਦਿੱਕਤਾਂ ਆਉਂਦੀਆਂ। ਉਹਦੇ ਵਾਸਤੇ ਤੁਸੀਂ ਕੁਝ ਕਰ ਪਾਏ ਹੋ, ਕੋਈ ਪਲਾਨ ਬਣਿਆ? ਕਿਉਂਕਿ ਤੁਸੀਂ ਮੈਨੂੰ ਇਹ ਪ੍ਰੋਮਿਸ ਕੀਤਾ ਸੀਗਾ ਕਿ ਜਿਵੇਂ ਮੈਂ ਇੱਥੇ ਆਈ ਸਰਚ ਕਰਦਾ ਪਿਆ ਉਸ ਤਰੀਕੇ ਦਾ ਪਲਾਨ ਮੈਂ ਉੱਥੇ ਲੈ ਕੇ ਜਾਊਂਗਾ। ਦੇਖੋ, ਰਿਜ਼ਲਟਾਂ ਦਾ ਜਿੱਥੇ ਤੱਕ ਸਵਾਲ ਹੈ, ਇਹ ਪੰਜਾਬੀ ਯੂਨੀਵਰਸਿਟੀ 'ਚ ਇੱਕ ਵੱਡੀ ਸਮੱਸਿਆ ਹੈ।
ਪਰ ਜਿੰਨੇ ਕੁ ਵੀ ਲੇਟ ਰਿਜ਼ਲਟ ਸੀ ਇਸ ਸਾਲ ਅਸੀਂ ਬਹੁਤ ਸਾਰੇ ਰਿਜ਼ਲਟ ਸਮੇਂ ਦੇ ਉੱਤੇ ਕੱਢ ਦਿੱਤੇ ਔਰ ਵੱਡੀ ਪੱਧਰ ਤੇ ਅਸੀਂ ਇਹਦੇ 'ਚ ਬਦਲਾਅ ਕੀਤਾ ਹੈ। ਇਸ ਤੋਂ ਅਗਲਾ ਸਟੈਪ ਹੁਣ ਅਸੀਂ ਲਵਾਂਗੇ ਜਦੋਂ ਅਸੀਂ ਆਪਣੇ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ ਉਹਦੀ ਹੀ ਇੱਕ ਰਿਫਾਰਮ ਕਰਾਂਗੇ ਕਿ ਉਹਦੇ ਵਿੱਚ ਨਵੇਂ ਸਿਸਟਮ ਲਿਆਵਾਂਗੇ। ਪਰ ਲੇਟ ਰਿਜ਼ਲਟ ਦਾ ਅਸੀਂ ਕਾਫੀ ਹੱਦ ਤੱਕ ਹੱਲ ਕੱਢਿਆ। ਕਾਰਪੋਰੇਟਸ ਨੂੰ ਇਨਵੋਲਵ ਕਰਦੇ ਪਏ ਹੋ ਤੁਸੀਂ ਵਿੱਚ? ਤੁਸੀਂ ਕਿਹਾ ਸੀ ਮੈਂ NRIs ਕੋਲੇ ਜਾਊਂਗਾ, ਮੈਂ ਉਹਨਾਂ ਤੋਂ ਡਿਮਾਂਡ ਕਰੂੰਗਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਹਾਂ ਬਚਾਈਏ। ਅਸੀਂ ਸਾਡੀਆਂ ਤੁਸੀਂ ਇਹ ਵੀ ਕਿਹਾ ਸੀਗਾ ਮੈਂ ਸਰਕਾਰ ਕੋਲੇ ਵੀ ਜਾਊਂਗਾ, ਸਰਕਾਰ ਨਾਲ ਤੁਹਾਡੀ ਪਿੱਛੇ ਬੈਠਕਾਂ ਵੀ ਹੋਈਆਂ। ਹਾਂਜੀ, ਇਸ ਤਰ੍ਹਾਂ ਹੈ ਕਿ ਜਿਹੜੀ ਗੱਲ ਇਹ ਸੀ ਨਾ ਕਿ ਸਾਰੀਆਂ ਧਿਰਾਂ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ ਸਾਹਮਣੇ ਆਉਣਗੀਆਂ ਔਰ ਸਭ ਨੂੰ ਸਟੈਪ ਲੈਣੇ ਪੈਣਗੇ, ਮੈਂ ਇਹ ਕਿਹਾ ਸੀ। ਹੁਣ ਉਹ ਲਗਭਗ ਸਾਰੇ ਸਟੈਪ ਅਸੀਂ ਲੈ ਲਏ ਯੂਨੀਵਰਸਿਟੀ ਵੱਲੋਂ। ਅਸੀਂ ਜਿਹੜੀਆਂ ਰਿਫਾਰਮਸ ਕਰਨੀਆਂ ਸੀ ਉਹ ਕਰ ਲਈਆਂ, ਨਵੇਂ ਵਧੀਆ ਕੋਰਸ ਖੋਲ੍ਹਣੇ ਸੀ ਉਹ ਖੋਲ੍ਹ ਲਏ, ਰੀਸਟਰਕਚਰਿੰਗ ਕਰਨੀ ਸੀ ਕਈ ਸੈਂਟਰਾਂ ਦੀ ਉਹ ਕਰ ਲਈ। ਫਿਰ ਜਿਹੜੀ ਕਰਪਸ਼ਨ ਦਾ ਮਸਲਾ ਪੰਜਾਬੀ ਯੂਨੀਵਰਸਿਟੀ 'ਚ ਉੱਭਰਿਆ ਸੀ ਉਹਨੂੰ ਵੀ ਅਸੀਂ ਫੜ ਲਿਆ ਔਰ ਉਹਨੂੰ ਅਸੀਂ ਨੱਥ ਪਾਉਣ ਤੇ ਪੂਰਾ ਜ਼ੋਰ ਲਗਾ ਰਹੇ ਹਾਂ। ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ 'ਚ ਹੋਇਆ ਕਿ ਲੋਕ ਫੜੇ ਗਏ ਹਨ, ਦੇ ਆਰ ਬਿਹਾਈਂਡ ਦ ਬਾਰਸ। ਵਾਈਸ ਚਾਂਸਲਰ ਨੇ ਫੜਿਆ? ਵਾਈਸ ਚਾਂਸਲਰ ਨਹੀਂ ਫੜਦਾ ਹੁੰਦਾ, ਵਾਈਸ ਚਾਂਸਲਰ ਦੀ ਲੀਡਰਸ਼ਿਪ 'ਚ ਹੀ ਫੜੇ ਜਾਂਦੇ ਆ। ਮਤਲਬ ਇਨਕੁਆਇਰੀਆਂ ਹੋਈਆਂ, ਫੜੇ ਗਏ, ਉਹਨਾਂ ਤੇ ਕਾਰਵਾਈ ਹੋਈ ਹੈ। ਵਾਈਸ ਚਾਂਸਲਰ ਨੇ ਗਾਈਡ ਕੀਤਾ ਸੀਗਾ ਫੜਨੇ ਆ? ਦੇਖੋ ਮੈਂ ਤਾਂ ਸ਼ੁਰੂ ਤੋਂ ਹੀ ਕਿਹਾ ਸੀ ਕਿ ਜ਼ੀਰੋ ਟੋਲਰੈਂਸ ਟੂ ਕਰਪਸ਼ਨ, ਤੇ ਮੈਂ ਉਸੇ ਪਾਲਿਸੀ ਤੇ ਚੱਲ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬੀ ਕਮਿਊਨਿਟੀ ਨੇ ਵੀ ਸਾਡੇ ਬਹੁਤ ਅੱਛੇ NRIs ਨਾਲ, ਬਾਹਰ ਲੋਕਾਂ ਨਾਲ ਵੀ ਗੱਲਬਾਤ ਹੋਈ ਹੈ। ਮੈਂ ਉਹਨਾਂ ਨੂੰ ਜੋੜਨਾ ਚਾਹੁੰਦਾ, ਮੈਂ ਇਹ ਨਹੀਂ ਸੀ ਕਿਹਾ ਵੀ ਉਹਨਾਂ ਕੋਲ ਲੈਣਾ ਚਾਹੁੰਦਾ, ਜੁੜਨ। ਪੰਜਾਬੀ ਯੂਨੀਵਰਸਿਟੀ ਅੱਗੇ ਵਧੇਗੀ ਜਦੋਂ ਸਾਰੇ ਪੰਜਾਬੀ ਵਿਸ਼ਵ ਦੇ ਉਹਦੇ ਨਾਲ ਜੁੜਨਗੇ ਔਰ ਉਹਦੇ ਜੁੜਾਵ ਲਈ ਅਸੀਂ ਬਹੁਤ ਸਾਰੇ ਪ੍ਰੋਗਰਾਮ ਕੀਤੇ ਹੈ। ਫਿਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਜਿਹੜੇ ਨਵੇਂ 5 ਸਾਲਾ ਕੋਰਸ ਅਸੀਂ ਸ਼ੁਰੂ ਕੀਤੇ ਹੈ ਉਹਨਾਂ 'ਚ ਅਸੀਂ ਫਿਜ਼ੀਕਲ ਐਂਡ ਕੈਮੀਕਲ ਸਾਇੰਸਿਸ, ਮੈਥਮੈਟੀਕਲ ਐਂਡ ਕੰਪਿਊਟਿੰਗ ਸਾਇੰਸਿਸ, ਬਾਇਓਲੋਜੀਕਲ ਸਾਇੰਸਿਸ, ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ, ਲੈਂਗੁਏਜਿਸ, ਸੋਸ਼ਲ ਸਾਇੰਸਿਸ, 6 ਸਟਰੀਮਸ 'ਚ ਅਸੀਂ ਕੋਰਸ ਸ਼ੁਰੂ ਕੀਤੇ ਹੈ। ਔਰ ਉਹਨਾਂ ਦੀ ਜਿਹੜੀ ਨੌਈਅਤ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਇੱਕ ਭੌਤਿਕ ਵਿਗਿਆਨ ਦਾ ਵਿਦਿਆਰਥੀ ਸੰਗੀਤ ਵੀ ਪੜ੍ਹ ਸਕੇਗਾ, ਇੱਕ ਥੀਏਟਰ ਦਾ ਵਿਦਿਆਰਥੀ ਬਾਇਓਲੋਜੀ ਵੀ ਪੜ੍ਹ ਸਕੇਗਾ। ਸੋ ਇੰਟਰਡਿਸਪਲਿਨਰੀ ਔਰ ਮਲਟੀ ਡਿਸਪਲਿਨਰੀ ਤਰਜ਼ ਦੇ ਕੋਰਸ ਨੇ। ਔਰ ਜਦੋਂ ਪੰਜਾਬ 'ਚ ਕਾਲਜਾਂ ਦੀਆਂ ਐਡਮਿਸ਼ਨਾਂ ਥੱਲੇ ਜਾ ਰਹੀਆਂ ਸੀ ਤੇ ਸਾਡੇ ਕੋਰਸਿਸ ਨੂੰ ਸਟੂਡੈਂਟਸ ਵੱਲੋਂ ਓਵਰਵੈਲਮਿੰਗ ਰਿਸਪੌਂਸ ਮਿਲਿਆ। ਮੈਂ ਖੁਦ ਪੜ੍ਹਾ ਰਿਹਾ ਉਹਨਾਂ 'ਚੋਂ ਇੱਕ ਸਟਰੀਮ ਦਾ ਪਹਿਲੇ ਸਾਲ ਨੂੰ ਮੈਂ ਖੁਦ ਪੜ੍ਹਾ ਰਿਹਾ ਔਰ ਬਹੁਤ ਵਧੀਆ ਸਟੂਡੈਂਟਸ ਸਾਡੇ। ਰੋਜ਼ ਪੜ੍ਹਾਉਂਦੇ ਹੋ? ਮੈਂ ਰੋਜ਼ ਨਹੀਂ, ਜਿੰਨੀਆਂ ਵੀ ਕਲਾਸਾਂ ਹੁੰਦੀਆਂ ਹਫ਼ਤੇ 4 ਦਿਨ ਪੜ੍ਹਾਉਣਾ। ਤੁਸੀਂ ਇਹ ਪ੍ਰੋਮਿਸ ਕੀਤਾ ਸੀ? ਮੈਂ ਪੜ੍ਹਾ ਰਿਹਾ ਜੀ, ਜਦੋਂ ਦਾ ਮੈਂ ਗਿਆ ਉੱਥੇ ਪੜ੍ਹਾ ਰਿਹਾ। ਹੁਣ ਸਵਾਲ ਉਸ ਤੋਂ ਬਾਅਦ ਅਸੀਂ ਇੱਕ ਸੈਂਟਰ ਐਸਟੈਬਲਿਸ਼ ਕਰ ਰਹੇ ਹਾਂ, ਜਿਹੜਾ ਕਰ ਲਿਆ ਸੀ, ਜਿਹਨੂੰ ਅਸੀਂ ਕਹਿ ਰਹੇ ਹਾਂ ਰੂਰਲ ਐਂਟਰਪ੍ਰੈਨਿਓਰਸ਼ਿਪ। ਮਤਲਬ ਕਿ ਪਿੰਡਾਂ ਵਿੱਚ ਐਂਟਰਪ੍ਰੈਨਿਓਰਲ ਐਕਟੀਵਿਟੀਜ਼ ਕਿਵੇਂ ਸ਼ੁਰੂ ਕਰਨੀਆਂ ਜਾਣ, ਉਹਦੇ ਤੇ ਅਸੀਂ ਇੱਕ ਸੈਂਟਰ ਬਣਾਇਆ ਹੈ। ਇਸੇ ਤਰ੍ਹਾਂ ਹੀ ਅਸੀਂ ਇੱਕ ਸੈਂਟਰ ਬਣਾਇਆ ਹੈ ਪੰਜਾਬ ਦੀ ਇਕੋਲੋਜੀ, ਜਿਹੜੇ ਪਸ਼ੂ ਪੰਛੀ ਹੋਰ ਜਿਹੜੇ ਪੌਦੇ ਇੱਥੋਂ ਜਾ ਰਹੇ ਹੈ, ਖਤਮ ਹੋ ਰਹੇ ਹੈ, ਉਹਨਾਂ ਨੂੰ ਵਾਪਸ ਕਿਵੇਂ ਲਿਆਂਦਾ ਜਾਏ, ਇੱਕ ਉਹ ਅਸੀਂ ਸੈਂਟਰ ਬਣਾਇਆ ਹੈ। ਸੋ ਇਸ ਢੰਗ ਨਾਲ ਅਸੀਂ ਬਹੁਤ ਸਾਰੇ ਨਵੇਂ ਕਦਮ ਚੁੱਕੇ ਹਾਂ ਪੰਜਾਬੀ ਯੂਨੀਵਰਸਿਟੀ 'ਚ। ਇਕੋਲੋਜੀ ਦਾ ਕਨਸੈਪਟ ਤੁਸੀਂ ਸਿਰਫ ਸਾਇੰਟੀਫਿਕਲੀ ਲੈ ਰਹੇ ਹੋ ਜਾਂ ਨਹੀਂ? ਅਸੀਂ ਜੋ ਗੁਰੂ ਸਾਹਿਬਾਨਾਂ ਨੇ ਸਿਧਾਂਤ ਦਿੱਤੇ ਉਹਨੂੰ ਵੀ ਨਾਲ ਜੋੜਦੇ ਹੋ? ਹੋ? ਉਹ ਤਾਂ ਜਨਰਲ ਜਿਹੇ ਸਿਧਾਂਤ, ਕਿਉਂਕਿ ਤੁਹਾਡੀ ਯੂਨੀਵਰਸਿਟੀ ਵਿੱਚ ਸਰ ਰਿਸਰਚ ਵੀ ਹੋਈ ਹੈ, ਇਸ ਵਿਸ਼ੇ ਤੇ ਰਿਸਰਚ ਹੋ ਚੁੱਕੀ ਹੈ। ਇਹਨੂੰ ਸਾਇੰਟੀਫਿਕਲੀ ਲੈਣਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਦੇ ਕ੍ਰੀਏਟ ਕਰੀਏ ਸਪੇਸਿਸ, ਜਾਂ ਅਸੀਂ ਜੇ ਕੋਈ ਜੰਗਲ ਹੀ ਕ੍ਰੀਏਟ ਕਰਨਾ ਤਾਂ ਕਿਸ ਤਰ੍ਹਾਂ ਦਾ ਕ੍ਰੀਏਟ ਕਰੀਏ ਤਾਂ ਕਿ ਉਹਦੇ 'ਚ ਵੱਧ ਤੋਂ ਵੱਧ ਪੰਛੀ ਪਸ਼ੂ ਵਾਪਸ ਆਉਣ। ਤਾਂ ਉਹ ਤਾਂ ਸਾਇੰਟੀਫਿਕ ਰਿਸਰਚ ਸਾਨੂੰ ਕਰਨੀ ਪਏਗੀ। ਗੁਰੂ ਸਾਹਿਬਾਨ ਨੇ ਤਾਂ ਇੱਕ ਬ੍ਰੌਡ ਗੱਲ ਕੀਤੀ ਹੈ ਵੀ ਸਾਨੂੰ ਇਹਨਾਂ ਚੀਜ਼ਾਂ ਵੱਲ ਸਖਤ ਧਿਆਨ ਦੇਣਾ ਚਾਹੀਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਸਟੈਪ ਮੈਂ ਕਹੇ ਸੀ ਮੈਂ ਲਵਾਂਗਾ, ਮੈਂ ਲੈ ਲਏ ਨੇ। ਤੇ ਹੁਣ ਮੈਂ ਸਰਕਾਰ ਨੂੰ ਇੱਕ ਸਟੈਪ ਲੈਣ ਲਈ ਕਿਹਾ ਹੈ, ਉਹ ਇਹ ਹੈ ਕਿ ਜੇ ਪੰਜਾਬੀ ਯੂਨੀਵਰਸਿਟੀ ਨੇ ਲੰਬੇ ਸਮੇਂ ਤੱਕ, ਪਹਿਲੀ ਗੱਲ ਤੇ ਪੰਜਾਬੀ ਯੂਨੀਵਰਸਿਟੀ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਨਹੀਂ ਕਿ ਉਹ ਪੰਜਾਬੀ ਦੇ ਨਾਂ ਤੇ ਬਣੀ ਹੈ, ਉਹ ਇਸ ਕਰਕੇ ਜ਼ਰੂਰੀ ਹੈ ਕਿ ਪੰਜਾਬ ਦੇ ਬਹੁਤ ਵੱਡੇ ਖੇਤਰ ਜਿਹਨੂੰ ਅਸੀਂ ਮਾਲਵਾ ਕਹਿੰਦੇ ਹਾਂ, ਉਹਦੇ 'ਚ ਹਾਇਰ ਐਜੂਕੇਸ਼ਨ ਦੇ ਰਹੀ ਹੈ ਆਮ ਪੇਂਡੂ ਗਰੀਬ ਵਿਦਿਆਰਥੀਆਂ ਨੂੰ, ਲੜਕੀਆਂ ਨੂੰ ਤੇ ਪਛੜੇ ਵਰਗਾਂ ਨੂੰ। ਮੈਂ ਪਿੱਛੇ ਜਿਹੇ ਇੱਕ ਸਰਵੇ ਕੀਤਾ ਸੀ ਕਿ ਹੋਰ ਸਾਡੀਆਂ ਲਾਗੇ ਚਾਗੇ ਦੀਆਂ ਯੂਨੀਵਰਸਿਟੀਆਂ 'ਚੋਂ ਸਭ ਤੋਂ ਵੱਧ ਪਛੜੇ ਵਰਗਾਂ ਦੇ ਵਿਦਿਆਰਥੀ ਸਾਡੀ ਯੂਨੀਵਰਸਿਟੀ 'ਚ ਆਉਂਦੇ ਆ। ਸੋ ਸਰਕਾਰ ਨੂੰ ਮੈਂ ਸਿਰਫ ਇਸ ਵੇਲੇ ਇਹ ਕਿਹਾ ਹੈ ਕਿ ਇੱਕ ਤੇ ਸਾਡਾ ਜਿਹੜਾ 150 ਕਰੋੜ ਦਾ ਸਾਡੇ ਸਿਰ ਕਰਜ਼ਾ ਹੈ, ਉਹ ਸਰਕਾਰ, ਅਸੀਂ ਨਹੀਂ ਉਹ ਵਾਪਸ ਕਰ ਸਕਦੇ। ਜੋ ਵੀ ਪਿੱਛੇ ਹੋਇਆ ਹੈ ਉਹਨੂੰ ਖਤਮ ਕੀਤਾ ਜਾਵੇ, ਸਰਕਾਰ ਉਹਨੂੰ ਅਪਣਾ ਲੇ, ਉਹਨੂੰ ਪੇ ਆਫ ਕਰ ਦੇਵੇ।
ਦੂਸਰਾ ਮੇਰਾ ਸਰਕਾਰ ਤੇ ਤਾਂ ਆਪ ਕੋਲੇ ਨਹੀਂ ਨਹੀਂ ਕੋਈ ਗੱਲ ਨਹੀਂ ਆਪ ਇੰਨੀ ਕਰਜ਼ਾਈ ਬਈ ਹੈ ਸਰਕਾਰ ਹੁੰਦੀ ਹੈ, ਜੇ ਸਰਕਾਰ ਆਪ ਇੰਨੀ ਕਰਜ਼ਾਈ ਤੁਹਾਡੀ ਗੱਲ ਮੰਨ ਲੂਗੀ ਸਰਕਾਰ? ਮੈਨੂੰ ਲੱਗਦਾ ਉਹਨਾਂ ਨੂੰ ਮੰਨਣੀ ਚਾਹੀਦੀ ਹੈ। ਇਹ ਅੱਛੀ ਮਤਲਬ ਇੱਕ ਰੀਜ਼ਨੇਬਲ ਗੱਲ ਹੈ ਕਿ ਯੂਨੀਵਰਸਿਟੀ ਅਦਾਰੇ ਦੇ ਤੌਰ ਤੇ 150 ਕਰੋੜ ਦਾ ਕਰਜ਼ਾ ਕਦੀ ਲਾ ਨਹੀਂ ਸਕੇਗੀ, ਔਰ 1.5 ਕਰੋੜ ਦਾ ਮੈਂ ਹਰ ਵਾਰੀ ਵਿਆਜ ਦੇਣਾ ਕਿੱਥੋਂ ਦਿਆਂਗਾ ਮੈਂ? ਫਿਰ ਫੀਸਾਂ ਘਟਾ ਦਿਓ ਨਾ, ਮੰਨ ਲਓ ਗੱਲ ਸਟੂਡੈਂਟ ਸੀ। ਨਹੀਂ ਫੀਸਾਂ ਘਟਾਉਣ ਨਾਲ ਕੀ ਹੋਏਗਾ? ਫੀਸਾਂ ਘਟਾਉਣ ਦੀ ਗੱਲ ਨਹੀਂ, ਮੇਰੇ ਆਪਾਂ ਪੁਆਇੰਟ ਤੇ ਆਈਏ। ਹਾਂ ਬੋਲੋ। ਸੋ ਦੂਸਰਾ ਮੈਂ ਸਰਕਾਰ ਨੂੰ ਇਹ ਕਿਹਾ ਹੈ ਕਿ ਜਿਹੜਾ ਮੇਰਾ 29 ਕਰੋੜ ਮਹੀਨੇ ਦਾ ਸੈਲਰੀ ਬਿੱਲ ਹੈ ਔਰ ਮੈਨੂੰ ਸਰਕਾਰ 9.5 ਕਰੋੜ ਦਿੰਦੀ ਹੈ, ਮੈਂ ਇਹ ਗੈਪ ਪੂਰਾ ਨਹੀਂ ਕਰ ਸਕਦਾ ਤੇ ਮੈਂ ਫੀਸਾਂ ਵਧਾ ਕੇ ਕਰਨਾ ਵੀ ਨਹੀਂ ਚਾਹੁੰਦਾ, ਫੀਸਾਂ ਵਧਾ ਕੇ ਹੋ ਵੀ ਨਹੀਂ ਸਕਦਾ ਔਰ ਉਹ ਫਿਰ ਗਲਤ ਗੱਲ ਹੋਏਗੀ। ਚਲੋ ਇਸ ਕਰਕੇ 20 ਕਰੋੜ ਮੇਰੀ ਗ੍ਰਾਂਟ ਮਹੀਨੇ ਦੀ ਕੀਤੀ ਜਾਵੇ ਤਾਂ ਕਿ ਯੂਨੀਵਰਸਿਟੀ ਚੱਲ ਸਕੇ, ਬਾਕੀ ਦੀ ਅਸੀਂ ਆਮਦਨ ਸਾਡੀ ਜਿਹੜੀ ਹੈ ਉਹਦੇ ਚੋਂ ਅਸੀਂ ਕਰ ਲਾਂਗੇ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ। ਦੋ ਲੈ ਲਓ। ਹਾਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਸਰਕਾਰ ਕਿੰਨੀ ਗੱਲ ਮੰਨੇਗੀ ਇਹਨਾਂ ਦੀ? ਸਵਾਲ ਵੀ ਬੜਾ ਮਹੱਤਵਪੂਰਨ ਹੈ। ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਦੇ ਲਈ ਨਵੇਂ ਵਾਈਸ ਚਾਂਸਲਰ ਨੇ ਹੁਣ ਤੱਕ ਕੀਤਾ ਕੀ ਹੈਗਾ? ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਜਸ ਪੰਜਾਬੀ ਦੇ ਇਸ ਮੰਚ ਤੇ, ਵਾਅਦਾ ਇਹ ਕੀਤਾ ਸੀਗਾ ਕਿ ਮੈਂ ਪੰਜਾਬੀ ਸਟਰੀਮ ਲਈ, ਪੰਜਾਬੀ ਭਾਸ਼ਾ ਲਈ, ਪੰਜਾਬੀ ਬੋਲੀ ਲਈ ਕੋਸ਼ਿਸ਼ਾਂ ਕਰੂੰਗਾ। ਕੋਸ਼ਿਸ਼ਾਂ ਕਿੰਨੀਆਂ ਕੀਤੀਆਂ? ਰਿਪੋਰਟ ਕਰ ਲੈ ਰਹੇ ਹਾਂ, ਵਾਪਸ ਆ ਰਿਹਾ। ਵਿਊ ਪੁਆਇੰਟ ਚੱਕ ਪਰ ਫਿਰ ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਅਰਵਿੰਦ ਸਾਡੇ ਨਾਲ ਹੈ ਕਿ ਪ੍ਰੋਫੈਸਰ ਅਰਵਿੰਦ, ਤੁਹਾਡੀ ਇੰਟਰਵਿਊ ਦੇ ਬਾਅਦ ਲੋਕਾਂ ਨੇ ਸਵਾਲ ਕੀਤੇ ਸੀਗੇ ਕਿ ਇਹਨਾਂ ਵਿੱਚ ਪੰਜਾਬੀ ਤੇ ਪੰਜਾਬੀਅਤ ਦੀ ਝਲਕ ਤਾਂ ਮਿਲਦੀ ਹੈ, ਪਰ ਜੋ ਕਹਿੰਦੇ ਪਏ ਆ ਬੜਾ ਔਖਾ ਕੰਮ ਹੈ। ਤੁਸੀਂ ਵੀ ਕਿਹਾ ਸੀਗਾ ਇਹ ਰਾਤ ਦੇ ਵਿੱਚ ਹੋਣ ਵਾਲਾ ਕੰਮ ਨਹੀਂ ਹੈਗਾ, ਬੜੇ ਸਾਲ ਲੱਗਣੇ ਨੇ। ਕੁਛ ਕੀਤਾ ਤੁਸੀਂ? ਬਿਲਕੁਲ ਕੀਤਾ। ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਅਸੀਂ ਉਹ ਸਾਰੇ ਕਦਮ ਚੁੱਕੇ ਯੂਨੀਵਰਸਿਟੀ ਦੇ ਅੰਦਰ ਜਿਹੜੇ ਅਸੀਂ ਚੁੱਕਣੇ ਸੀ, ਪੜ੍ਹਨ ਪੜ੍ਹਾਉਣ ਦਾ ਤੇ ਖੋਜ ਦਾ ਮਾਹੌਲ ਪੈਦਾ ਕਰਨਾ। ਬਹੁਤ ਸਾਰੇ ਪ੍ਰੋਗਰਾਮ ਪਿਛਲੇ ਦਿਨਾਂ 'ਚ ਅਸੀਂ ਕੀਤੇ ਆ। ਇੱਕ ਅਸੀਂ ਪ੍ਰੋਗਰਾਮ ਕੀਤਾ ਜਿਹਦੇ 'ਚ ਪੀ ਸਾਈਨਾਥ ਜੀ ਆਏ, ਉਹਨਾਂ ਨੇ ਭਗਤ ਸਿੰਘ ਬਾਰੇ ਗੱਲਬਾਤ ਕੀਤੀ ਬਹੁਤ ਵੱਡੇ ਹਾਲ 'ਚ, 1000 ਕੁ ਉੱਥੇ ਵਿਦਿਆਰਥੀ ਸੀ। ਇਹ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਯੂਨੀਵਰਸਿਟੀ ਸਿਰਫ ਉਹ ਵਿਦਿਆਰਥੀ ਨਹੀਂ ਪੈਦਾ ਕਰਦੀ ਕਿ ਉਹਨਾਂ ਨੂੰ ਜੌਬਸ ਮਿਲ ਜਾਣ। ਯੂਨੀਵਰਸਿਟੀ ਇੱਕ ਇਹੋ ਜਿਹਾ ਅਦਾਰਾ ਹੁੰਦੀ ਹੈ ਜਿਹੜੀ ਇੱਕ ਖਿੱਤੇ ਦੇ ਵਿੱਚ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਕੰਮ ਕਰਦੀ ਹੈ। ਲੋਕ ਉਹਦੇ ਵੱਲ ਵੇਖਦੇ ਹੈ ਕਿ ਇੱਥੇ ਵਿਦਵਾਨ ਹੋਣਗੇ, ਇੱਥੇ ਖੋਜ ਹੋਏਗੀ, ਇੱਥੇ ਸੱਭਿਆਚਾਰ ਅੱਗੇ ਵਧੇਗਾ। ਤੋ ਕਲਚਰਲ ਪ੍ਰੋਗਰਾਮ ਅਸੀਂ ਬੜੇ ਕੀਤੇ। ਇੱਕ ਮੁਸ਼ਾਇਰਾ, ਉਰਦੂ ਦਾ ਮੁਸ਼ਾਇਰਾ ਕੱਲ੍ਹ ਹੀ ਬਹੁਤ ਵਧੀਆ ਆਪਣੇ ਸੈਰ ਲੁਧਿਆਣਵੀ ਜੀ ਦੇ 60 ਸਾਲਾਂ ਦੇ ਉੱਤੇ ਅਸੀਂ ਕਰਵਾਇਆ। ਉੱਥੇ ਦਿੱਲੀ ਤੋਂ ਲੱਗ ਕੇ ਮਲੇਰਕੋਟਲੇ ਤੋਂ, ਪਟਿਆਲੇ ਤੋਂ ਬਹੁਤ ਅੱਛੇ ਸ਼ਹਿਰਾਂ ਨੇ ਤੁਸੀਂ ਪੀ ਸਾਈਨਾਥ ਹਰਾਂ ਨੂੰ ਸੱਦਿਆ, ਰਾਜੇਵਾਲ ਹਰਾਂ ਨੂੰ ਸੱਦਿਆ ਤੁਸੀਂ ਉੱਥੇ? ਹਾਂਜੀ, ਉਹ ਕਿਸਾਨਾਂ ਵਾਲਾ ਪ੍ਰੋਗਰਾਮ ਕਿਉਂਕਿ ਇਸ ਵੇਲੇ ਇੱਕ ਬਹੁਤ ਇਤਿਹਾਸਕ ਗੱਲ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਤਾਂ ਪੰਜਾਬੀ ਯੂਨੀਵਰਸਿਟੀ ਕਿਉਂਕਿ ਇੱਕ ਅਕੈਡਮਿਕ ਅਦਾਰਾ ਹੈ, ਮੈਂ ਉਸ ਪ੍ਰੋਗਰਾਮ 'ਚ ਗੱਲ ਕਹੀ ਸੀ ਕਿ ਅਸੀਂ ਇਸ ਮੋਰਚੇ ਦਾ ਇਤਿਹਾਸ ਲਿਖਾਵਾਂਗੇ ਤੇ ਨਾਲ ਹੀ ਅਸੀਂ ਇਸ ਗੱਲ ਤੇ ਵੀ ਖੋਜ ਕਰਾਂਗੇ ਕਿ ਕਿਸਾਨੀ ਦਾ ਭਵਿੱਖ ਕੀ ਹੈ, ਕਿਹੜੇ ਮਾਡਲ ਹੋਣੇ ਚਾਹੀਦੇ। ਇਹ ਗੱਲ ਬੜੇ ਵਧੀਆ ਢੰਗ ਨਾਲ ਉਸ ਸੈਮੀਨਾਰ 'ਚੋਂ ਨਿਕਲੀ ਕਿ ਕਿਸਾਨੀ ਦਾ ਮਾਡਲ ਨਵਾਂ ਬਣਾਉਣ ਦੀ ਲੋੜ ਹੈ ਔਰ ਬਦਲਵੇਂ ਮਾਡਲ ਦੀ ਲੋੜ ਹੈ। ਤੁਸੀਂ ਕਿਸਾਨੀ ਦੀ ਗੱਲ ਇਸ ਤੋਂ ਪਹਿਲਾਂ ਵੀ ਕਰਦੇ ਰਹੇ ਹੋ ਪ੍ਰੋਫੈਸਰ, ਵਾਈਸ ਚਾਂਸਲਰ ਬਣਨ ਤੋਂ ਪਹਿਲਾਂ? ਬਿਲਕੁਲ। ਪਰ ਤੁਹਾਡੇ ਬਾਰੇ ਇੱਕ ਚਰਚਾ ਸ਼ੁਰੂ ਹੋਈ ਸੀ, ਮੈਂ ਪਿਛਲੀ ਵਾਰੀ ਸਵਾਲ ਕੀਤਾ ਸੀ, ਤੁਸੀਂ ਤਾਂ ਆਰਐਸਐਸ ਦੀ ਆਈਡੀਓਲੋਜੀ ਨੂੰ ਟੱਚ ਕਰਦੇ ਹੋ, ਪਰ ਜੇ ਤੁਸੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਪਿਓ, ਕਿਸਾਨੀ ਮਾਡਲ ਦੀ ਗੱਲ ਕਰਦੇ ਪਿਓ, ਤੇ ਉਹਨਾਂ ਨੂੰ ਤਾਂ ਆਪਣੇ ਆਪ ਵਿੱਚ ਜਵਾਬ ਹੈ। ਉਹਦੇ ਨਾਲੋਂ ਵੀ ਹੁਣ ਤਾਂ ਗੱਲ ਸਾਫ਼ ਹੀ ਕਰ ਲੈਣੀ ਚਾਹੀਦੀ ਹੈ ਵੀ ਮੇਰੀ ਜੇ ਤੁਸੀਂ ਪਰਿਵਾਰਕ ਬੈਕਗ੍ਰਾਉਂਡ ਹੀ ਵੇਖੋ ਤੇ ਉੱਥੋਂ ਹੀ ਸਾਫ਼ ਪਤਾ ਲੱਗ ਜਾਂਦਾ ਹੈ ਕਿ ਮੈਂ ਕਿਸ ਤਰ੍ਹਾਂ ਦੇ ਕੰਮਾਂ ਨਾਲ ਜੁੜਿਆ ਰਿਹਾ ਜਾਂ ਮੇਰਾ ਪਰਿਵਾਰ ਕਿਸ ਤਰ੍ਹਾਂ ਦੇ ਕੰਮਾਂ ਨਾਲ ਜੁੜਿਆ ਰਿਹਾ। ਮੇਰੇ ਮਾਤਾ ਜੀ ਜਿਹੜੇ ਆ ਉਹ ਹਮੇਸ਼ਾ ਇਸਤਰੀ ਸਭਾ ਵੱਲੋਂ ਔਰਤਾਂ 'ਚ ਕੰਮ ਕਰਦੇ ਰਹੇ, 90 ਸਾਲ ਦੀ ਉਮਰ 'ਚੋਂ ਗੁਜ਼ਰੇ ਤੇ ਉਹਦੇ ਅਖੀਰਲੇ ਦਿਨਾਂ ਤੱਕ ਵੀ ਉਹਨਾਂ ਨੇ ਆਪਣਾ ਕੰਮ ਨਹੀਂ ਛੱਡਿਆ। ਸੋ ਇਹ ਮੇਰੀ ਗੱਲ ਨਹੀਂ ਹੈ ਸਿਰਫ, ਮੈਂ ਤਾਂ ਕਿਉਂਕਿ ਯੂਨੀਵਰਸਿਟੀ ਇਸ ਖਿੱਤੇ 'ਚ ਇੱਕ ਅਦਾਰਾ ਹੈ ਤੇ ਇਸ ਖਿੱਤੇ 'ਚ ਵਰਤਾਰਾ ਹੋ ਰਿਹਾ ਹੈ, ਇੱਕ ਵਰਤਾਰਾ ਹੈ ਜਿਹੜਾ ਅੱਜ ਦਾ ਕਿਸਾਨ ਅੰਦੋਲਨ ਹੈ ਤੇ ਇਤਿਹਾਸ ਬਣ ਰਿਹਾ ਹੈ। ਸੋ ਇਹਦਾ ਇਤਿਹਾਸ ਲਿਖਾਉਣਾ ਤੇ ਇਹਦੇ ਉੱਤੇ ਖੋਜ ਕਰਨਾ ਤਾਂ ਯੂਨੀਵਰਸਿਟੀ ਦਾ ਇੱਕ ਆਪਣੇ ਆਪ 'ਚ ਕੰਮ ਹੋਣਾ ਚਾਹੀਦਾ ਹੈ ਔਰ ਇਹ ਪਹਿਲਾ ਵਿਦਿਅਕ ਅਦਾਰਾ ਜਿਹਨੇ ਇਸ ਕੰਮ ਨੂੰ ਸਿੱਧੇ ਤੌਰ ਤੇ ਅਪਣਾਇਆ। ਤੁਸੀਂ ਸ਼ੁਰੂ ਕਰ ਲਿਆ ਕੰਮ? ਜਦੋਂ ਸੈਮੀਨਾਰ ਹੋ ਗਿਆ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਕਿ ਅਸੀਂ ਇਹਦਾ ਇਤਿਹਾਸ ਲਿਖਾਉਣਾ। ਤੁਸੀਂ ਸੱਭਿਆਚਾਰ ਦੀ ਗੱਲ ਕੀਤੀ ਹੈ, ਹਾਂਜੀ। ਯੂਥ ਫੈਸਟੀਵਲ ਹੋਏ ਆ ਪਿੱਛੇ ਜਿਹੇ ਹੁਣੇ, ਤੁਸੀਂ ਉੱਥੇ ਨਾਅਰੇ ਲਾਏ ਆ, ਕੁਝ ਮੈਨੂੰ ਪਤਾ ਲੱਗਿਆ। ਨਾਅਰੇ ਕਿਹੜੇ ਲਾਏ ਸੀ ਤੁਸੀਂ? ਕੋਈ ਐਪਰੀਸ਼ੀਏਟ ਕਰਨ ਦੇ ਲਈ ਜਾਂ ਨਹੀਂ? ਉਹ ਥੋੜੀ ਜੀ ਗੱਲ ਵੇਖੋ ਵੱਖਰੀ ਕਿਸਮ ਦੀ ਹੈ ਕਿ ਇੱਕ ਮਾਹੌਲ ਬਣਿਆ ਹੋਇਆ ਪੰਜਾਬ 'ਚ। ਜਦੋਂ ਮੈਂ ਪੰਡਾਲ 'ਚ ਗਿਆ ਤੇ ਉੱਥੇ ਲਗਾਤਾਰ ਨਾਅਰੇ ਪਹਿਲਾਂ ਹੀ ਵਿਦਿਆਰਥੀਆਂ ਵੱਲੋਂ ਲੱਗ ਰਹੇ ਸੀ ਤੇ ਉਹ ਗੱਲਬਾਤ ਸੁਣਨ ਨਾਲੋਂ ਨਾਅਰੇ ਲਾਉਣਾ ਚਾਹੁੰਦੇ ਸੀ ਤੇ ਮੈਂ ਵੀ ਉਹਨਾਂ 'ਚ ਸ਼ਿਰਕਤ ਕੀਤੀ ਤੇ ਉਹ ਗੱਲ ਇਹੀ ਸੀ। ਗੱਲ ਤਾਂ ਪੰਜਾਬ 'ਚ ਇੱਕੋ ਹੀ ਚੱਲ ਰਹੀ ਹੈ, ਨਾਅਰੇ ਉੱਥੇ ਉਹੀ ਲੱਗ ਰਹੇ ਸੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਮੈਂ ਵੀ ਇੱਕ ਦੋ ਵਾਰ ਉਹਨਾਂ ਨਾਲ ਨਾਅਰੇ ਲਾਏ ਤੇ ਫਿਰ ਉਹਨਾਂ ਮੇਰੀ ਗੱਲ ਸੁਣੀ ਕਿਉਂਕਿ ਇਹ ਮੈਨੂੰ ਲੱਗਾ ਕਿ ਇਸ ਯੂਥ ਫੈਸਟੀਵਲ 'ਚ ਵੀ ਮਾਹੌਲ ਉੱਥੇ ਕਿਸਾਨ ਮਜ਼ਦੂਰ ਏਕਤਾ ਦਾ ਸੀ। ਇੱਕ ਤੁਸੀਂ ਕਿਹਾ ਕਿ ਸਰਕਾਰ ਮਾਲੀ ਮਦਦ ਕਰਨ ਲਈ ਤਿਆਰ ਹੋ ਜੂਗੀ, ਤੁਹਾਨੂੰ ਲੱਗਦਾ ਹੈ?
ਵੇਖੋ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਕਿ 150 ਕਰੋੜ ਦਾ ਜਿਹੜਾ ਕਰਜ਼ਾ ਸਰਕਾਰ ਪੇ ਆਫ ਕਰੇ, ਕਿਉਂਕਿ ਕਹਿੰਦੇ ਆ ਵੀ ਯੂਨੀਵਰਸਿਟੀ ਨੇ ਕਿਵੇਂ ਲਿਆ, ਸਰਕਾਰ ਇੱਥੇ ਹੀ ਸੀ ਜਦੋਂ ਲਿਆ, ਸਰਕਾਰ ਨੂੰ ਉਦੋਂ ਹੀ ਚਾਹੀਦਾ ਸੀ ਵੀ ਸਟੈਪ ਇਨ ਕਰਦੀ, ਨਹੀਂ ਕੀਤਾ ਤਾਂ ਯੂਨੀਵਰਸਿਟੀ ਨੂੰ ਕਰਜ਼ਾ ਲੈਣਾ ਪਿਆ। ਦੂਸਰੀ ਗੱਲ ਇਹ ਕਿ ਸੈਲਰੀ ਬਿੱਲ 29 ਕਰੋੜ ਮੈਂ ਕਿੱਥੋਂ ਦੇਵਾਂਗਾ, ਇਹ ਹੋ ਹੀ ਨਹੀਂ ਸਕਦਾ। ਜਦੋਂ ਬੰਦੇ ਜੇ ਵੱਧ, ਕੋਈ ਕਹਿੰਦਾ ਵੱਧ ਭਰਤੀ ਹੋਏ, ਕਿੰਨੇ ਭਰਤੀ ਕੀਤੇ, ਸਰਕਾਰ ਵਿੱਚ ਬੈਠਦੀ ਹੈ, ਸਿੰਡੀਕੇਟ 'ਚ ਵੀ ਸਰਕਾਰ ਦੇ 6 ਨੁਮਾਇੰਦੇ। ਕੋਈ ਡਾਟਾ ਐਂਟਰੀ ਆਪਰੇਟਰ ਤੁਸੀਂ ਐਕਸੈਸ 'ਚ ਰੱਖੇ ਹੋਣ, ਇਹੋ ਜਿਹੀਆਂ ਕੋਈ ਪੋਸਟਾਂ ਕ੍ਰੀਏਟ ਕੀਤੀਆਂ ਦੇਖੋ ਹੋਣ? ਬੰਦੇ ਉੱਥੇ ਕਾਫੀ ਰੱਖੇ ਗਏ ਪਿਛਲੇ ਸਾਲਾਂ 'ਚ, ਤੇ ਹੁਣ ਕੀ ਕੀਤਾ ਜਾਵੇ, ਯੂਨੀਵਰਸਿਟੀ ਨੂੰ ਐਕਸਪੈਂਡ ਕਰਨਾ ਪਏਗਾ ਤਾਂ ਕਿ ਅਸੀਂ ਉਹਨਾਂ ਦੇ ਦੀ ਜਸਟੀਫਿਕੇਸ਼ਨ ਬਣਾ। ਤੁਸੀਂ ਉਹਨਾਂ ਨੂੰ ਕੱਢ ਤਾਂ ਨਹੀਂ ਰਹੇ? ਮੈਂ ਉਹਨਾਂ ਨੂੰ ਵੇਖੋ, ਪੱਕੀਆਂ ਨੌਕਰੀਆਂ 'ਚ ਜਿਹੜੇ ਉਹਨਾਂ ਨੂੰ ਕੱਢਣ ਦਾ ਤਾਂ ਕੋਈ ਨਾ ਸਰਕਾਰ ਦੀ ਪਲਾਨ ਆ ਤੇ ਨਾ ਹੀ ਕੋਈ ਬਹੁਤ ਰਿਵਾਜ। ਤੁਹਾਨੂੰ ਲੱਗਦਾ ਵਾਧੂ ਰੱਖੇ ਪਏ ਉਹ? ਦੇਖੋ ਕੁਝ ਤਾਂ ਓਵਰ ਸਟਾਫਿੰਗ ਹੈ, ਪਰ ਹੈਗੀ ਓਵਰ ਸਟਾਫਿੰਗ, ਪਰ ਆਪਾਂ ਉਸ ਗੱਲ ਤੇ ਆਈਏ ਕਿ ਤੁਸੀਂ ਸਰਕਾਰ ਨੂੰ ਦੱਸਿਆ ਇਹ ਗੱਲ? ਨਹੀਂ, ਕਿਉਂਕਿ ਇਹ ਬਹੁਤ ਮਹੱਤਵਪੂਰਨ ਸਵਾਲ ਹੈ, ਕਿਉਂਕਿ ਇਹ ਮਾਲੀ ਜਿਹੜੀ ਹਾਲਤ ਆ ਉਹਦੇ ਨਾਲ ਜੁੜਿਆ ਹੋਇਆ। ਵੇਖੋ ਬਹੁਤ ਵੱਡੇ ਰੂਪ 'ਚ ਨਹੀਂ ਜੁੜਿਆ ਹੋਇਆ, ਵੇਖਿਆ ਜਾਵੇ ਤਾਂ ਅੰਡਰ ਸਟਾਫਿੰਗ ਹੈ। ਮੇਰੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ 'ਚ 2 ਪ੍ਰੋਫੈਸਰ ਰਹਿ ਗਏ, ਮੇਰੇ ਪੰਜਾਬੀ ਡਿਪਾਰਟਮੈਂਟ 'ਚ 18 ਪ੍ਰੋਫੈਸਰ ਹੁੰਦੇ ਸੀ, 7 ਰਹਿ ਗਏ। ਐਕਚੁਅਲੀ ਗੱਲ ਉਲਟੀ ਹੈ, ਅੱਧੀ ਯੂਨੀਵਰਸਿਟੀ ਦੇ 50% ਫੈਕਲਟੀ ਤੇ ਯੂਨੀਵਰਸਿਟੀ ਕੰਮ ਕਰ ਰਹੀ ਹੈ। ਤੁਸੀਂ ਓਵਰ ਸਟਾਫਿੰਗ ਕਹਿ ਰਹੇ ਹੋ, ਕੁਝ ਖੇਤਰ 'ਚ ਹੋਈ ਹੈ, ਪਰ ਫੈਕਲਟੀ ਦੀ ਬੜੀ ਸਖਤ ਲੋੜ ਹੈ। ਪਰ ਤੁਸੀਂ ਮੰਨ ਸਕਦੇ ਹੋ ਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ 'ਚ ਜਿੰਨੀ ਫੈਕਲਟੀ ਹੋਣੀ ਚਾਹੀਦੀ ਹੈ ਉੱਥੋਂ ਅੱਧੀ ਹੋਵੇ। ਕੋਸ਼ਕਾਰੀ ਦਾ ਕੰਮ ਹੁੰਦਾ ਸੀ, ਉੱਥੇ 11 ਬੰਦੇ ਸੀ, ਉੱਥੇ 4 ਰਹਿ ਗਏ ਹੈ। ਪੰਜਾਬੀ ਡਿਵੈਲਪਮੈਂਟ ਵਿਭਾਗ ਵਿੱਚ 2 ਜਣੇ ਰਹਿ ਗਏ, ਉੱਥੇ 16 ਲੋਕ ਹੁੰਦੇ ਸੀ। ਸੋ ਸਟਾਫਿੰਗ ਫੈਕਲਟੀ ਲੈਵਲ ਤੇ ਸਗੋਂ ਪ੍ਰੋਫੈਸਰ ਰੱਖਣ ਦੀ ਬੜੀ ਲੋੜ ਹੈ, ਪੈਸਾ ਨਹੀਂ ਹੈਗਾ, ਅਸੀਂ ਰੱਖ ਨਹੀਂ ਰਹੇ। ਜਿਹੜੀ ਹੁਣ ਫੈਕਲਟੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਹੈ ਉਹ ਤਾਂ ਕਾਲਜਾਂ ਲਈ ਹੈ ਨਾ। ਕਾਲਜਾਂ ਦੀ, ਤੁਹਾਡੀ ਸਲਾਹ ਲਿੱਤੀ ਸੀ? ਹਾਂਜੀ, ਇੱਕ ਮੀਟਿੰਗ ਹੋਈ ਸੀ, ਮੈਨੂੰ ਇਹ ਬੜੀ ਅੱਛੀ ਗੱਲ ਹੈ ਕਿ 1996 ਤੋਂ ਬਾਅਦ ਪਹਿਲੀ ਵਾਰੀ ਪੰਜਾਬ 'ਚ ਕਾਲਜਾਂ 'ਚ ਫੈਕਲਟੀ ਰੱਖੀ ਜਾ ਰਹੀ ਹੈ ਰੈਗੂਲਰ, ਤੇ ਬਹੁਤ ਵਧੀਆ ਸਟੈਪ ਹੈ ਸਰਕਾਰ ਦਾ। ਇਹ ਜਲਦੀ ਐਡਵਰਟਾਈਜ਼ਮੈਂਟ ਨਹੀਂ ਕਰਤੀ ਤੁਹਾਨੂੰ ਲੱਗਦਾ? ਕਿ ਇਉਂ ਲੱਗਦਾ ਕਿ ਐਡਵਰਟਾਈਜ਼ਮੈਂਟ ਕੀਤੀ ਆਜੋ ਭਾਈ? ਨਹੀਂ ਕਿ ਪਹਿਲਾਂ ਤੇ ਨਿਸ਼ਾਨਦੇਹੀ ਕੀਤੀ ਹੋਈ ਸੀ? ਨਹੀਂ, ਇਸ ਤਰ੍ਹਾਂ ਨਹੀਂ। ਦੇਖੋ ਐਡਵਰਟਾਈਜ਼ਮੈਂਟ ਭਾਵੇਂ ਸਰਕਾਰ ਦੇ ਆਪਣੇ ਕੰਮ ਹੁੰਦੇ ਆ, ਜਦ ਲਈ ਉਹਨਾਂ ਕੀਤੀ ਹੋਵੇ, ਮੈਂ ਉਹ 'ਚ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ, ਪਰ ਇਹ ਬਿਲਕੁਲ ਨਿਯਮਾਂ ਮੁਤਾਬਕ ਹੋ ਰਿਹਾ ਹੈ। ਜਿੰਨਾ ਟਾਈਮ ਐਡਵਰਟਾਈਜ਼ਮੈਂਟ ਨੂੰ ਦੇਣਾ ਚਾਹੀਦਾ ਐਡਵਰਟਾਈਜ਼ਮੈਂਟ ਦਿੱਤੀ ਗਈ ਹੈ। ਫਿਰ ਟੈਸਟ ਹੈ ਜਿਹੜਾ ਲਿਆ ਜਾ ਰਿਹਾ ਹੈ, ਟੈਸਟ ਦੇ ਰਾਹੀਂ ਭਰਤੀ ਹੋਏਗੀ, ਔਰ ਉਹ ਟੈਸਟ ਆਬਜੈਕਟਿਵ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ, ਤੇ ਮੇਰੇ ਹਿਸਾਬ ਨਾਲ ਤੇ ਪ੍ਰੋਪਰ ਕੰਮ ਹੋ ਰਿਹਾ। ਪ੍ਰੋਪਰ ਚੈਨਲ ਹੈ ਸਾਰਾ? ਬਿਲਕੁਲ ਪ੍ਰੋਪਰ ਚੈਨਲ। ਚਲੋ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਪ੍ਰੋਫੈਸਰ ਅਰਵਿੰਦ ਕੋਲੋਂ ਸਵਾਲ ਤਾਂ ਹੋਰ ਵੀ ਕਰਨ ਨੂੰ ਮਨ ਕਰਦਾ ਹੈ, ਪਰ ਵਕਤੀ ਨਜਾਕਤ ਹੈ, ਵਕਤੀ ਨਜਾਕਤ ਦੇ ਹਿਸਾਬ ਨਾਲ ਆਖਰੀ ਹਿੱਸੇ ਵਿੱਚ ਆ ਕੇ ਫਿਰ ਸਵਾਲ ਹੋਣਗੇ ਜ਼ਰੂਰ, ਕਿਉਂਕਿ ਇਹ ਜਿਹੜੇ ਸਵਾਲ ਜਵਾਬ ਹੈ ਉਹ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਹੋਏ ਆ। ਜਦੋਂ ਵਿਦਿਆਰਥੀਆਂ ਦੇ ਭਵਿੱਖ ਦੀ ਗੱਲ ਹੁੰਦੀ ਹੈ ਤਾਂ ਉਹ ਦੇਸ਼ ਦੇ ਭਵਿੱਖ ਦੀ ਗੱਲ ਹੁੰਦੀ ਹੈ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਅਰਵਿੰਦ, ਜਦੋਂ ਇਹਨਾਂ ਨੂੰ ਦੇਖਿਆ ਲੋਕਾਂ ਨੇ ਤਾਂ ਕਹਿੰਦੇ ਵੀ ਇਹ ਪੰਜਾਬੀ ਦੀ ਗੱਲ ਪਤਾ ਨਹੀਂ ਕਰਨਗੇ ਕਿ ਨਹੀਂ ਕਰਨਗੇ, ਤੁਸੀਂ ਕਿਹਾ ਸੀ ਮੈਂ ਕਰੂੰਗਾ। ਮੈਂ ਸਵਾਲ ਪਹਿਲਾਂ ਵੀ ਕੀਤਾ ਸੀ। ਬਿਲਕੁਲ, ਪੰਜਾਬੀ ਦਾ ਤਾਂ ਹੈ ਕਿ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣਾ ਇਹ ਲਾਜ਼ਮੀ ਹੈ, ਜੇ ਪੰਜਾਬੀ ਨੇ ਅੱਗੇ ਵਧਣਾ ਜਾਂ ਪੰਜਾਬ ਨੇ ਅੱਗੇ ਵਧਣਾ ਜਾਂ ਪੰਜਾਬੀ ਕਮਿਊਨਿਟੀ ਨੇ ਅੱਗੇ ਵਧਣਾ। ਔਰ ਇਹ ਕੰਮ ਪੰਜਾਬੀ ਯੂਨੀਵਰਸਿਟੀ ਕਰੇਗੀ। ਹਾਲਾਂਕਿ ਪੰਜਾਬ ਸਰਕਾਰ ਨੂੰ ਵੀ ਨਹੀਂ ਕਰਨਾ, ਪਰ ਉਹਨੂੰ ਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਕਰ ਵੀ ਰਹੀ ਹੈ ਬੜੇ ਸਮੇਂ ਤੋਂ, ਤੇ ਕਰੇਗੀ। ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ, ਕੋਸ਼ ਬਣਾਉਣੇ, ਨਵੀਆਂ ਕਿਤਾਬਾਂ ਬਣਾਉਣੀਆਂ। ਅਸੀਂ ਇੱਕ ਹੁਣੇ MOU ਸਾਈਨ ਕਰ ਰਹੇ ਹਾਂ ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਨਾਲ ਕਿ ਟੈਕਨੀਕਲ ਕਿਤਾਬਾਂ ਨੂੰ ਪੰਜਾਬੀ 'ਚ ਕਰਨਾ। ਫਿਰ ਅਸੀਂ ਪੰਜਾਬੀ ਨੂੰ ਕੰਪਿਊਟਰ ਰਾਹੀਂ ਅਸੀਂ ਅੱਖਰ ਸੌਫਟਵੇਅਰ ਬਣਾਇਆ ਹੈ, ਉਹ ਪੰਜਾਬ ਗੌਰਮੈਂਟ। ਹਾਂਜੀ, ਉਹ ਹੋਰ ਵੀ ਅਸੀਂ ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਸ਼ਾਹਮੁਖੀ, ਆਟੋਮੇਟਿਡ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਟਰਾਂਸਲੇਟਰ ਹੈ ਸਾਡਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਅਸੀਂ ਪੰਜਾਬੀ ਨੂੰ ਇਸ ਤਰ੍ਹਾਂ ਅੱਗੇ ਵਧਾਉਣਾ ਚਾਹੁੰਦੇ ਹਾਂ ਕਿ ਹਰ ਕੰਮ 'ਚ ਪੰਜਾਬੀ ਵਰਤੀ ਜਾਵੇ। ਮੈਂ ਤਾਂ ਪਿੱਛੇ ਜੇ ਗੌਰਮੈਂਟ ਨੂੰ ਇਹ ਕਿਹਾ ਸੀ ਕਿ ਪੰਜਾਬ 'ਚ ਕਿਸੇ ਦੁਕਾਨ ਦਾ ਫੱਟਾ ਕੇਵਲ ਅੰਗਰੇਜ਼ੀ 'ਚ ਨਹੀਂ ਹੋਣਾ ਚਾਹੀਦਾ, ਪੰਜਾਬੀ 'ਚ ਹੋਣਾ ਚਾਹੀਦਾ, ਥੱਲੇ ਬੇਸ਼ੱਕ ਅੰਗਰੇਜ਼ੀ 'ਚ ਲਿਖਿਆ ਹੋਵੇ। ਡਾਕਟਰਾਂ ਦੀਆਂ ਪਰਚੀਆਂ ਵੀ ਪੰਜਾਬੀ 'ਚ ਹੋਣੀਆਂ ਚਾਹੀਦੀਆਂ ਨੇ, ਉਹ ਭਾਵੇਂ ਕੰਪਿਊਟਰ ਟਰਾਂਸਲੇਟ ਕਰੇ, ਡਾਕਟਰ ਬੇਸ਼ੱਕ ਇੰਗਲਿਸ਼ 'ਚ ਲਿਖੇ। ਪੰਜਾਬੀ ਯੂਨੀਵਰਸਿਟੀ ਵੀ ਇਸ ਤਰ੍ਹਾਂ ਦਾ ਸੌਫਟਵੇਅਰ ਬਣਾ ਕੇ ਦੇਣ ਲਈ ਤਿਆਰ ਹੈ ਕਿ ਆਮ ਮਨੁੱਖ ਨੂੰ ਆਪਣੀ ਡਾਕਟਰੀ ਪਰਚੀ ਪੰਜਾਬੀ ਤੇ ਅੰਗਰੇਜ਼ੀ ਦੋਵਾਂ 'ਚ ਮਿਲੇ। ਕਿਉਂਕਿ ਪੋਸੀਬਲ ਹੈ ਡਾਕਟਰ ਦੀ? ਬਿਲਕੁਲ ਪੋਸੀਬਲ ਹੈ, ਕਿਉਂ ਨਹੀਂ ਪੋਸੀਬਲ, ਹਰ ਚੀਜ਼ ਪੋਸੀਬਲ ਹੈ। ਔਰ ਫਿਰ ਹੋਰ ਥਾਵਾਂ ਤੇ ਪੰਜਾਬੀ ਨੂੰ ਹਰ ਥਾਂ ਤੇ ਵਰਤਣ ਲਈ ਜਿਹੜੀਆਂ ਲੋੜਾਂ ਨੇ ਉਹਨੂੰ ਡਿਵੈਲਪ ਕਰਨ ਦੀਆਂ, ਉਹ ਪੰਜਾਬੀ ਯੂਨੀਵਰਸਿਟੀ ਪੂਰੀਆਂ ਕਰੇਗੀ। ਜਿਹੜੀ ਗੱਲ ਤੁਸੀਂ ਪੰਜਾਬੀ ਦੇ ਸੌਫਟਵੇਅਰ ਦੀ ਕਰਦੇ ਹੋ, ਤੁਸੀਂ ਨਵੇਂ ਕੋਰਸਸ ਦੀ ਗੱਲ ਕਰਦੇ ਹੋ, ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਹੈਗੀਆਂ ਉਹਦੇ ਨਾਲ ਕੰਪੈਰੀਜ਼ਨ ਦੀ ਗੱਲ ਆ ਜਾਂਦੀ ਹੈ, ਸਵਾਲ ਪੁੱਛਣਾ ਪੈਂਦਾ ਉਸ ਤੇ ਜਾ ਕੇ। ਬਿਲਕੁਲ ਪੁੱਛ, ਤੁਸੀਂ ਉਹਨਾਂ ਨੂੰ ਕੰਪੀਟ ਕਰ ਸਕੋਗੇ ਕਦੇ? ਕਿਉਂ ਨਹੀਂ ਕਰ ਸਕਾਂਗੇ ਜੀ। ਆਈ ਥਿੰਕ ਅਸੀਂ ਜਿਹੜੀ ਵਿੱਦਿਆ ਦੇ ਰਹੇ ਹਾਂ ਪੰਜਾਬੀ ਯੂਨੀਵਰਸਿਟੀ 'ਚ, ਕਿਹੜੀ ਪ੍ਰਾਈਵੇਟ ਯੂਨੀਵਰਸਿਟੀ ਹੈ ਤੁਸੀਂ ਮੈਨੂੰ ਦੱਸੋ, ਕਿਹਦੇ ਨਾਲ ਕੰਪੇਅਰ ਕਰਨਾ? ਮੈਂ ਕਰ ਦੇਣਾ, ਕੋਰਸ ਵਾਈਜ਼ ਕਰ ਦੇਣਾ, ਸਟੈਂਡਰਡ ਵਾਈਜ਼ ਕਰ ਦੇਣਾ, ਹਰ ਚੀਜ਼ ਨਾਲ ਕਰ ਦੇਣਾ। ਅਸੀਂ ਉਹਨਾਂ ਤੋਂ ਵਧੀਆ ਵਿੱਦਿਆ ਦਿੰਦੇ। ਫਿਰ ਪੰਜਾਬੀ ਯੂਨੀਵਰਸਿਟੀ ਦਾ ਇਹ ਹਾਲ ਆ ਜਿਹੜਾ ਅੱਜ ਹੋਇਆ, ਸਾਨੂੰ ਅਫਸੋਸ ਹੁੰਦਾ, ਜੇ ਤੁਹਾਨੂੰ ਹੁੰਦਾ ਤਾਂ, ਚਾਹੇ ਉਹ ਮਾਲੀ ਸੰਕਟ ਹੈ,
ਚਾਹੇ ਉੱਥੇ ਜਿਸ ਤਰੀਕੇ ਨਾਲ ਇਸ ਸਾਰੇ ਵਰਤਾਰੇ ਨੂੰ ਅੱਗੇ ਵਧਾਇਆ ਗਿਆ, ਉਸ ਦੇ ਲਈ ਜ਼ਿੰਮੇਵਾਰ ਤੁਸੀਂ ਕਿਸੇ ਨੂੰ ਮੰਨਦੇ ਹੋ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂ ਨਹੀਂ? ਵੇਖੋ ਜੀ, ਜ਼ਿੰਮੇਵਾਰ ਤਾਂ ਉਹਦੇ 'ਚ ਸਾਰੇ ਹੀ ਹੈ, ਹੂੰ। ਪਰ ਜਿਹੜਾ ਸਭ ਤੋਂ ਵੱਡੀ ਧਿਰ ਹੁੰਦੀ ਹੈ ਉਹਨੂੰ ਹਮੇਸ਼ਾ ਵੱਧ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਉਹ ਸਭ ਤੋਂ ਵੱਡੀ ਧਿਰ ਹੈ ਸਰਕਾਰ, ਉਹਨੂੰ ਇਹ ਜ਼ਿੰਮੇਵਾਰੀ ਸਭ ਤੋਂ ਵੱਧ ਲੈਣੀ ਪਏਗੀ। ਪਰ ਯੂਨੀਵਰਸਿਟੀ ਦੀ ਫੈਕਲਟੀ, ਸਟਾਫ ਤੇ ਪੰਜਾਬੀਆਂ ਨੂੰ ਵੀ, ਇਹਨਾਂ ਸਾਰਿਆਂ ਨੂੰ ਵੀ ਥੋੜੀ ਥੋੜੀ ਜ਼ਿੰਮੇਵਾਰੀ ਲੈਣੀ ਪਏਗੀ। ਪਰ ਉਹ ਸਭ ਸਮਝ ਰਹੇ ਹੈ। ਔਰ ਮੇਰਾ ਇਹ ਸਵਾਲ ਹੈ ਕਿ ਸਰਕਾਰ ਜੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਵਿੱਤੀ ਸੰਕਟ ਚੋਂ ਨਹੀਂ ਬਾਹਰ ਕੱਢਦੀ ਤੇ ਇਹ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰ ਕਿਉਂ ਕੱਢੂਗੀ? ਸਰਕਾਰ ਕਿਉਂਕਿ ਪੰਜਾਬੀ ਵਾਸਤੇ ਬਣੀ ਕਿਉਂ ਨਹੀਂ ਕੱਢੂਗੀ? ਸਰਕਾਰ ਦਾ ਇਹ ਕੰਮ ਆ ਕਿ ਉਹ ਇਸ ਤਰ੍ਹਾਂ ਦੀ ਯੂਨੀਵਰਸਿਟੀ ਜਿਹੜੀ ਇਸ ਤਰ੍ਹਾਂ ਦੀ ਵਿੱਦਿਆ ਦੇ ਰਹੀ ਹੈ, ਇਸ ਕਾਸਟ ਤੇ ਵਿੱਦਿਆ ਦੇ ਰਹੀ ਹੈ, ਜੇ ਉਹਨੂੰ ਨਹੀਂ ਕੱਢੇਗੀ ਤਾਂ ਬੰਦ ਹੋ ਜਾਏਗੀ। ਜੇ ਬੰਦ ਹੋ ਜਾਏਗੀ ਤੇ ਇਹ ਪੂਰਾ ਮਾਲਵੇ ਦਾ ਖੇਤਰ, ਖਾਸ ਕਰਕੇ ਦਾ ਪਿੰਡੂ ਤੇ ਗਰੀਬ ਤਬਕਾ ਹਾਇਰ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਏਗਾ। ਪੰਜਾਬੀ ਦੀ ਡਿਵੈਲਪਮੈਂਟ ਖਤਮ ਹੋ ਜਾਏਗੀ। ਹੋਰ ਕਿਹੜੀ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਦੀ ਡਿਵੈਲਪਮੈਂਟ ਤੇ ਕੰਮ ਕਰ ਰਹੀ ਹੈ? ਤੇ ਪੰਜਾਬੀ, ਫਿਰ ਅਸੀਂ ਤੇ ਕਹਿ ਰਹੇ ਕਿ ਪੰਜਾਬੀ ਨੇ ਅੱਗੇ ਵਧਣਾ ਹੈ, ਤੇ ਫਿਰ ਕਿਵੇਂ ਵਧਣਾ ਉਹਨੇ ਅੱਗੇ ਜੇ ਉਹਦਾ ਮੇਨ ਅਦਾਰਾ ਹੀ ਬੰਦ ਹੋ ਜਾਏਗਾ? ਨਹੀਂ, ਸਰਕਾਰ ਇਸ ਗੱਲ ਤੇ ਸੰਜੀਦਾ ਹੈ? ਕਿਉਂਕਿ ਮੇਰਾ ਸਵਾਲ ਇਸ ਕਰਕੇ, ਤੁਸੀਂ ਫੈਕਲਟੀ ਦੀ ਗੱਲ ਨਹੀਂ, ਮੈਨੂੰ ਲੱਗਦਾ ਸਰਕਾਰ ਨੂੰ ਸੰਜੀਦਾ ਹੋਣਾ ਪਏਗਾ। ਔਰ ਜਿਹੜੀਆਂ ਮੇਰੀਆਂ ਸਰਕਾਰ ਨਾਲ ਗੱਲਾਂ ਹੋਈਆਂ ਨੇ ਉਹਨਾਂ ਚੋਂ ਕਾਫੀ ਸਾਰੀ ਸੰਜੀਦਗੀ ਝਲਕਦੀ ਵੀ ਹੈ। ਸ਼ਾਇਦ ਪੂਰੀ ਗੱਲ ਉਹਨਾਂ ਨੂੰ ਪਹਿਲੇ ਸਮਝਾਈ ਵੀ ਨਹੀਂ ਇਸ ਢੰਗ ਨਾਲ ਗਈ ਕਿ ਕੀ ਕੰਪੈਰੀਜ਼ਨ ਹੈ। ਤੁਸੀਂ ਪ੍ਰੈਜੈਂਟੇਸ਼ਨ ਲੈ ਕੇ ਗਏ ਸੀ? ਹਾਂ, ਮੈਂ ਪ੍ਰੈਜੈਂਟੇਸ਼ਨ ਲੈ ਗਿਆ ਸੀ ਔਰ ਮੈਂ ਕਿਹਾ ਸੀ ਕਿ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਆਕਾਰ ਹੈ ਉਹ ਪੰਜਾਬ ਯੂਨੀਵਰਸਿਟੀ ਵਰਗਾ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗਾ ਨਹੀਂ ਹੈ। ਸਰਕਾਰੀ ਖੇਤਰ 'ਚ ਹਮੇਸ਼ਾ ਗੁਰੂ ਨਾਨਕ ਨੂੰ ਤੇ ਪੰਜਾਬ ਨੂੰ, ਪੰਜਾਬੀ ਯੂਨੀਵਰਸਿਟੀ ਨੂੰ ਕੰਪੇਅਰ ਕੀਤਾ ਜਾਂਦਾ ਸੀ। ਉਹ ਗਲਤ ਕੰਪੈਰੀਜ਼ਨ ਹੈ। ਸਾਡਾ ਸਾਈਜ਼, ਕੰਮ ਔਰ ਸਾਡਾ ਖਾਸ ਕਰਕੇ ਜਿਹੜਾ ਪੇਂਡੂ ਇਲਾਕੇ ਨਾਲ ਜੁੜਾਵ, ਇਹ ਵੱਖਰੀ ਕਿਸਮ ਦਾ ਹੈ। ਤੁਹਾਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਭ ਕੁਝ ਇਹ ਹੋਇਆ, ਉਹਦੇ ਲਈ ਤੁਹਾਨੂੰ ਸਰਕਾਰਾਂ ਜ਼ਿੰਮੇਵਾਰ ਲੱਗਦੀਆਂ ਕਿ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਲੈ ਕੇ ਆਏ? ਉਹ ਤੁਹਾਨੂੰ ਲੱਗਦਾ ਕਿ ਇੱਕ ਵਜ੍ਹਾ ਹੈ ਜਾਂ ਨਹੀਂ? ਜਾਂ ਤੁਹਾਨੂੰ ਲੱਗਦਾ ਕਿ ਇਹ ਮੁਕਾਬਲਾ ਹੋਣਾ ਚਾਹੀਦਾ? ਨਹੀਂ, ਇਹ ਵਜ੍ਹਾ ਹੈ। ਦੇਖੋ, ਯੂਨੀਵਰਸਿਟੀ ਦਾ ਲੈਵਲ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਉਹ ਕਾਲਜਾਂ ਵਾਂਗੂ ਚੱਲਦੀਆਂ ਨੇ ਔਰ ਬਹੁਤ ਸਾਰੀਆਂ ਉਹਨਾਂ 'ਚੋਂ ਮਨੀ ਮੇਕਿੰਗ ਐਂਟਰਪ੍ਰਾਈਜ਼ਸ ਨੇ ਔਰ ਉਹਨਾਂ ਦਾ ਕੰਮ ਇਹ ਹੈ ਕਿ ਪ੍ਰੋਫਿਟ ਕਮਾਉਣਾ। ਜਿਹੜੀਆਂ ਦੁਨੀਆ 'ਚ ਚੰਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਭਾਵੇਂ ਤੁਸੀਂ ਕਾਰਨੇਗੀ ਮੈਲਨ ਲਓ, ਭਾਵੇਂ ਤੁਸੀਂ ਹਾਰਵਰਡ ਲਓ, ਧਿਆਨ ਨਾਲ ਵੇਖੋ ਉਹ ਪੈਸੇ ਕਮਾਉਂਦੇ ਆ? ਨਹੀਂ ਕਮਾਉਂਦੇ। ਉਹ ਪੈਸਾ ਜਿਹੜਾ ਕਮਾਉਂਦੇ ਆ ਉਹ ਯੂਨੀਵਰਸਿਟੀ 'ਚ ਐਕੈਡੈਮਿਕ ਡਿਵੈਲਪਮੈਂਟ ਲਈ ਅੰਦਰ ਹੀ ਲਾਉਂਦੇ ਆ। ਔਰ ਸਾਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਇਸ ਤਰ੍ਹਾਂ ਦੀਆਂ ਨਹੀਂ ਹੈ। ਇਹ ਤਾਂ ਪੈਸਾ ਕਮਾ ਕੇ ਵਿੱਚੋਂ ਬਾਹਰ ਵੀ ਕੱਢਦੀਆਂ ਨੇ। ਰਿਸਰਚ ਕੌਣ ਕਰਦਾ ਪਿਆ? ਖੋਜ ਕੌਣ ਕਰਦਾ ਪਿਆ? ਮੌਲਿਕ ਖੋਜ ਯੂਨੀਵਰਸਿਟੀਆਂ 'ਚ ਹੋ ਰਹੀ ਹੈ, ਇੰਸਟੀਚਿਊਟਾਂ 'ਚ ਹੋ ਰਹੀ ਹੈ। ਸਾਡੀ ਯੂਨੀਵਰਸਿਟੀ 'ਚ ਬਹੁਤ ਅੱਛੀ ਮੌਲਿਕ ਖੋਜ ਹੋ ਰਹੀ ਹੈ। ਮੈਂ ਵੇਖ ਹੀ ਰਿਹਾ ਸੀ ਕਿ ਸਾਡੇ ਜਿਹੜੇ PhD ਥੀਸਿਸ ਨਿਕਲਦੇ ਹੈ, ਹੁਣ ਮੈਂ ਕਹਿਣਾ ਸ਼ੁਰੂ ਕੀਤਾ ਕਿ ਹਰ ਫੈਕਲਟੀ ਦੇ ਚੰਗੇ ਥੀਸਿਸ 'ਚੋਂ ਪ੍ਰੈਸ ਨੋਟ ਦਿੱਤੇ ਜਾਣ, ਪਬਲਿਕ ਦੇ ਸਾਹਮਣੇ ਲਿਆਂਦੇ ਜਾਣ। ਬਹੁਤ ਵਧੀਆ ਕੰਮ ਸਾਡੀ ਯੂਨੀਵਰਸਿਟੀ 'ਚ ਖੋਜ ਦਾ ਹੋ ਰਿਹਾ। ਕਾਪੀਡ ਤਾਂ ਨਹੀਂ ਆ ਰਿਹਾ ਤੁਹਾਡੇ ਕੋਲੇ ਸਮਾਨ? ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਕੀਤਾ, ਸਾਡਾ ਬਹੁਤ ਅੱਛਾ, ਸਾਡਾ ਇਸ ਵੇਲੇ ਬਹੁਤ ਅਸੀਂ ਕਲੀਅਰ ਹਾਂ ਕਿ ਅਸੀਂ ਹਰ ਆਊਟਪੁੱਟ ਨੂੰ ਪ੍ਰੋਪਰਲੀ ਚੈੱਕ ਕਰਦੇ ਹਾਂ। ਉਹਦੇ ਤੇ ਸਰਟੀਫਿਕੇਟ ਲਾਉਂਦੇ ਹਾਂ, ਉਹਨੂੰ ਸੌਫਟਵੇਅਰ ਨਾਲ ਚੈੱਕ ਕਰਦੇ ਹਾਂ ਕਿ ਇਹਦੇ 'ਚ ਕੋਈ ਪਾਇਰੇਟਡ ਕਾਪੀਡ ਸਮਾਨ ਨਾ ਹੋਵੇ। ਉਹਦਾ ਸਰਟੀਫਿਕੇਟ ਲਾਉਣਾ ਪੈਂਦਾ ਹੈ ਔਰ ਉਹਦੇ ਨਿਯਮ। ਔਰ ਇਹ 'ਚ ਮੈਂ ਇੱਕ ਚੀਜ਼ ਉਹ 'ਚ ਐਡ ਕੀਤੀ ਹੈ, ਉਹਦੇ 'ਚ ਹੁਣ ਮੈਂ ਵਿਦਿਆਰਥੀ ਦੇ ਨਾਲ ਗਾਈਡ ਨੂੰ ਵੀ ਜ਼ਿੰਮੇਵਾਰ ਬਣਵਾਤਾ ਤਾਂ ਕਿ ਉਹ ਜ਼ਿੰਮੇਵਾਰੀ ਤੋਂ ਭੱਜ ਨਾ ਸਕਣ। ਵੈਸੇ ਸਾਰੇ ਗਾਈਡ 'ਤੇ ਸਵਾਲ ਨਹੀਂ ਹੈਗਾ, ਪਰ ਮੇਰੇ ਕੁਝ ਗਾਈਡ 'ਤੇ ਸਵਾਲ ਹੈਗੇ ਆ ਕਿ ਉਹ ਗਾਈਡ ਉਸ ਤਰੀਕੇ ਨਾਲ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਨੂੰ ਚਾਹੀਦੀਆਂ, ਸਹੂਲਤਾਂ ਚਾਹੀਦੀਆਂ ਵਿਦਿਆਰਥੀਆਂ ਨੂੰ, ਉਹ ਪ੍ਰੋਵਾਈਡ ਕਰਵਾਉਂਦੇ ਆ। ਕਿਉਂਕਿ ਇਹ ਸਵਾਲ ਬੜਾ ਤੁਹਾਨੂੰ ਸਸਤਾ ਲੱਗੂਗਾ, ਪਰ ਇਹ ਸਵਾਲ ਹੈਗਾ। ਪਹਿਲਾਂ ਇਹੋ ਜਿਹੇ ਗਾਈਡ ਵੀ ਸਾਡੇ ਸਾਹਮਣੇ ਆਏ ਆ ਜਿਹੜੇ ਉਹਨਾਂ ਤੋਂ ਘਰ ਦਾ ਕੰਮ ਹੀ ਕਰਵਾਉਂਦੇ ਰਹੇ, ਰਿਸਰਚ ਨਹੀਂ ਕਰਵਾਈ ਗਈ। ਇਹ ਸਵਾਲ ਹੋ ਸਕਦਾ ਤੁਹਾਨੂੰ ਤਕਲੀਫ ਵੀ ਦੇਵੇ। ਨਹੀਂ, ਕੋਈ ਤਕਲੀਫ ਵਾਲੀ ਗੱਲ ਨਹੀਂ। ਦੇਖੋ, ਮੇਰਾ ਤਾਂ ਬੜਾ ਸਿੰਪਲ ਜਿਹਾ ਹੈ। ਜੇ ਮੇਰੇ ਸਾਹਮਣੇ ਇਹੋ ਜਿਹਾ ਕੋਈ ਮਾਮਲਾ ਆਏਗਾ ਤੇ ਮੈਂ ਉਹਦੇ ਤੇ ਸਿੱਧਾ ਸਖਤ ਐਕਸ਼ਨ ਲਵਾਂ। ਮੈਂ 2 ਮਿੰਟ ਨਹੀਂ ਲਾਉਂਦਾ ਇਹੋ ਜਿਹੇ ਕੰਮ ਤੇ ਐਕਸ਼ਨ ਲੈਣ ਲਈ। ਮੈਂ ਗਲਤ ਬੰਦੇ ਤੇ ਐਕਸ਼ਨ ਨਹੀਂ ਲੈਂਦਾ, ਪਰ ਜੇ ਇਹੋ ਜਿਹਾ ਮਾਮਲਾ ਇੱਕ ਵੀ ਮੇਰੇ ਕੋਲ ਲਿਖਤੀ ਕੰਪਲੇਂਟ ਦੇ ਰੂਪ 'ਚ ਆਏਗਾ ਤੇ ਫਿਰ ਉਸ ਗਾਈਡ ਤੇ ਐਕਸ਼ਨ ਹੋਏਗਾ। ਤੁਹਾਡਾ ਸਟਾਫ ਤੁਹਾਡੇ ਤੋਂ ਖੁਸ਼ ਹੈ? ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ। ਆਈ ਥਿੰਕ ਜਿਹੜੇ ਕੰਮ ਕਰਨ ਵਾਲੇ ਬੰਦੇ ਹੈ ਉਹ ਖੁਸ਼ ਨੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾਤਰ ਮੈਜੋਰਿਟੀ ਲੋਕ ਜਿਹੜੇ ਹੁੰਦੇ ਹੈ ਉਹ ਸੁਚਾਰੂ ਰੂਪ 'ਚ ਚੱਲਦਾ ਅਦਾਰਾ ਵੇਖਣਾ ਚਾਹੁੰਦੇ ਹੁੰਦੇ, ਉਹ 'ਚ ਕੰਮ ਕਰਨਾ ਚਾਹੁੰਦੇ ਹੁੰਦੇ। ਡੀਰੇਲਡ ਇੰਸਟੀਟਿਊਸ਼ਨ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ। ਪ੍ਰੋਫੈਸਰ ਅਰਵਿੰਦ ਖੁਸ਼ ਹੈ? ਮੈਂ ਤਾਂ ਇਸ ਕਰਕੇ ਖੁਸ਼ ਹਾਂ ਕਿ ਮੈਨੂੰ ਬਹੁਤ ਸਾਰੇ ਨਵੇਂ ਮੈਂ ਇੱਕ ਵਿਗਿਆਨੀ ਹਾਂ, ਪਰ ਮੇਰਾ ਪੰਜਾਬੀ ਇਤਿਹਾਸ ਇਹਨਾਂ ਚੀਜ਼ਾਂ ਨਾਲ ਬੜਾ ਜੁੜਾਵ ਰਿਹਾ ਹੈ ਤੇ ਪੰਜਾਬੀ ਯੂਨੀਵਰਸਿਟੀ 'ਚ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜਨ ਦਾ, ਐਕੈਡੈਮਿਕ ਤੇ ਸੋਸ਼ਲ ਤਰੀਕੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।
ਸੋ ਮੈਨੂੰ ਰੋਜ਼ ਹੀ ਕੋਈ ਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਤੇ ਮੈਂ ਤੇ ਇੱਕ ਵਿਦਿਆਰਥੀ ਹਾਂ ਤੇ ਉਸ ਰੂਪ 'ਚ ਮੈਨੂੰ ਰੋਜ਼ ਹੀ ਬਹੁਤ ਆਨੰਦ ਆਉਂਦਾ ਹੈ। ਤੁਸੀਂ ਵਿਦਿਆਰਥੀ ਹੋ, ਵਿਦਿਆਰਥੀ ਖੁਸ਼ ਹੈ ਤੁਹਾਡੇ ਤੋਂ? ਇਹ ਤੁਸੀਂ ਵਿਦਿਆਰਥੀਆਂ ਨੂੰ ਪੁੱਛੋ ਜਿਨ੍ਹਾਂ ਨੂੰ ਮੈਂ ਪੜ੍ਹਾਉਣਾ, ਉਹ ਤਾਂ ਡੈਫੀਨੇਟਲੀ ਖੁਸ਼ ਨੇ। ਜਿਨ੍ਹਾਂ ਨੂੰ ਮੈਂ ਰੋਜ਼ ਜਿਨ੍ਹਾਂ ਦੀ ਕਲਾਸ ਲੈਣਾ, ਉਹਨਾਂ ਦੀ ਫੀਡਬੈਕ ਮੈਂ ਲੈਂਦਾ ਰਹਿਣਾ ਤੇ ਬਾਕੀ ਵਿਦਿਆਰਥੀਆਂ ਨਾਲ ਵੀ ਮੇਰੀ ਗੱਲਬਾਤ ਚੱਲਦੀ ਰਹਿੰਦੀ ਹੈ ਔਰ ਉਹਨਾਂ ਨਾਲ ਗੱਲਬਾਤ ਕਰਕੇ ਵੀ ਮੈਨੂੰ ਅੱਛਾ ਲੱਗਦਾ ਹੈ, ਕਿਉਂਕਿ ਮੈਨੂੰ ਕੋਈ ਪੋਲੀਟੀਕਲ ਡੈਡ ਸਟੂਡੈਂਟ ਕਮਿਊਨਿਟੀ ਦੀ ਕੋਈ ਖਾਸ ਨਹੀਂ ਹੈ, ਨਾ ਹੀ ਮੈਨੂੰ ਵਿਦਿਆਰਥੀਆਂ ਦਾ ਜਿੰਦਾਬਾਦ ਮੁਰਦਾਬਾਦ ਬੁਰਾ ਲੱਗਦਾ ਹੈ। ਇਹ ਵੀ ਇੱਕ ਉਹਨਾਂ ਦੀ ਜਿਹੜੀ ਵਿੱਦਿਆ ਹੈ, ਜਿਹੜੀ ਐਜੂਕੇਸ਼ਨ ਦੀ ਪ੍ਰੋਸੈਸ ਹੈ, ਉਹਦਾ ਹਿੱਸਾ ਹੈ। ਮੈਂ ਤੁਹਾਨੂੰ ਇਹ ਵੀ ਪਹਿਲਾਂ ਵੀ ਸਵਾਲ ਕੀਤਾ ਸੀ, ਤੁਹਾਡਾ ਦਫ਼ਤਰ ਆ ਕੇ ਘੇਰਿਆ ਕਰਨਗੇ ਉਹ, ਅੱਜ ਵੀ ਘੇਰਦੇ ਪਏ ਆ। ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ, ਉਹਨਾਂ ਦੇ ਵਿੱਚੋਂ ਖੁਸ਼ੀ ਨਾਲ ਲੰਘਦਾ, ਵਿਚਰਦਾ। ਮੈਨੂੰ ਇਹਦੇ 'ਚ ਕੋਈ ਐਡੀ ਮਾਣਹਾਨੀ ਨਹੀਂ ਮਹਿਸੂਸ ਹੁੰਦੀ। ਜੇ ਮੇਰੇ ਦਫ਼ਤਰ ਦੇ ਸਾਹਮਣੇ ਉਹਨਾਂ ਨੇ ਕੋਈ ਘਰਾਓ ਜਾਂ ਕੋਈ ਮੋਰਚਾ ਵੀ ਲਾਇਆ ਹੁੰਦਾ ਹੈ ਤਾਂ ਉਹਦਾ ਕੋਈ ਕਾਰਨ ਹੁੰਦਾ ਹੈ, ਅਸੀਂ ਉਹਦੇ ਤੇ ਗੱਲਬਾਤ ਕਰਦੇ ਹਾਂ ਤੇ ਗੱਲ ਨੂੰ ਅੱਗੇ ਵਧਾਉਂਦੇ ਹਾਂ। ਤਨਖਾਹਾਂ ਦੇ ਪਾ ਰਹੇ ਹੋ ਟਾਈਮ ਸਿਰ? ਹਾਂ, ਹੁਣ ਤੱਕ ਮੈਂ ਲਗਭਗ ਸਾਰੀਆਂ ਤਨਖਾਹਾਂ ਦਿੱਤੀਆਂ ਨੇ। ਕੋਈ ਪੈਂਡਿੰਗ ਤਨਖਾਹ ਕਹਿ ਸਕਦੇ ਹਾਂ ਸਿਰਫ ਇਹੀ ਹੈ ਜਿਹੜੀ ਨਵੰਬਰ 'ਚ ਦੇਣੀ ਸੀ, ਤੇ ਉਹ ਵੀ ਦੇ ਦਿਆਂਗੇ। ਇੱਕ ਆਖਰੀ ਸਵਾਲ, ਪ੍ਰੋਫੈਸਰ ਅਰਵਿੰਦ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਤਾਂ ਨਹੀਂ ਕਰਦੇ ਕਿ ਮੈਂ ਆਈਸਰ ਤੋਂ ਉੱਥੇ ਚਲਾ ਗਿਆ? ਦੇਖੋ ਜੀ, ਫਸਿਆ ਬੰਦਾ ਤਾਂ ਮਹਿਸੂਸ ਕਰੇ ਜੋ ਫਸਿਆ ਹੋਵੇ। ਪਹਿਲੀ ਗੱਲ ਤਾਂ ਮੈਂ ਫਸਿਆ ਨਹੀਂ, ਮੈਂ ਜਿੱਦਣ ਮਰਜ਼ੀ ਆਈਸਰ ਵਾਪਸ ਆ ਸਕਦਾ, ਮੈਂ ਡੈਪੂਟੇਸ਼ਨ ਤੇ ਹਾਂ। ਪਰ ਮੈਨੂੰ ਇਹ ਰਿਗਰੈਟ ਇੱਕ ਵਾਰ ਵੀ ਮਹਿਸੂਸ ਨਹੀਂ ਹੋਈ ਉੱਥੇ ਜਾ ਕੇ। ਹਾਲਾਂਕਿ ਮੁਸ਼ਕਲਾਂ ਬਹੁਤ ਨੇ, ਗਲਤ ਕਿਸਮ ਦੇ ਬੰਦੇ ਵੀ ਬਹੁਤ ਆ, ਸਭ ਕੁਝ ਹੈ, ਪਰ ਕੁੱਲ ਮਿਲਾ ਕੇ ਰੋਜ਼ ਸ਼ਾਮ ਨੂੰ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਕਿ ਜਿਹੜਾ ਕੰਮ ਕੀਤਾ ਉਹਦੇ ਚੋਂ ਕੁਛ ਨਾ ਕੁਛ ਰੋਜ਼ ਨਿਕਲਦਾ। ਮੈਂ ਪਿਛਲੀ ਵਾਰ ਵੀ ਤੁਹਾਨੂੰ ਮੌਕਾ ਦਿੱਤਾ ਸੀਗਾ ਆਖਿਰ ਤੇ ਗੱਲ ਕਰਨ ਨੂੰ, ਐਤਕੀ ਵੀ ਦੇ ਰਿਹਾ। ਸਰਕਾਰ ਨੂੰ ਇਸ ਮੰਚ ਤੋਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸਰਕਾਰ ਨੂੰ ਇਹ ਭਵਿੱਖ ਦਾ ਸਵਾਲ। ਹਾਂਜੀ, ਮੈਂ ਸਰਕਾਰ ਨੂੰ ਸਿਰਫ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਸਪੈਸ਼ਲ ਗ੍ਰਾਂਟਾਂ ਦੇ ਕੇ ਹਰ ਸਾਲ ਯੂਨੀਵਰਸਿਟੀ ਨੂੰ ਨਾ ਬਚਾਓ, ਯੂਨੀਵਰਸਿਟੀ ਨੂੰ ਨੀਤੀਗਤ ਤਰੀਕੇ ਨਾਲ ਬਚਾਓ, ਤਾਂ ਕਿ ਉਹ ਆਪਣੇ ਪੜ੍ਹਨ ਪੜ੍ਹਾਉਣ ਖੋਜ ਦੇ ਉੱਤੇ ਤੇ ਪੰਜਾਬੀ ਨੂੰ ਅੱਗੇ ਵਧਾਉਣ ਦੇ ਕੰਮ ਉੱਤੇ ਜ਼ੋਰ ਲਗਾ ਕੇ ਮਿਹਨਤ ਕਰ ਸਕੇ ਤੇ ਉਹਨੂੰ ਰੋਜ਼-ਰੋਜ਼ ਇਹ ਨਾ ਸੋਚਣਾ ਪਵੇ ਕਿ ਸਾਨੂੰ ਤਨਖਾਹ ਮਿਲੇਗੀ ਕਿ ਨਹੀਂ ਮਿਲੇਗੀ, ਸਾਨੂੰ ਸਪੈਸ਼ਲ ਗ੍ਰਾਂਟ ਮਿਲੇਗੀ ਕਿ ਨਹੀਂ ਮਿਲੇਗੀ। ਚਲੋ, ਪ੍ਰੋਫੈਸਰ ਅਰਵਿੰਦ ਬਹੁਤ ਧੰਨਵਾਦ ਤੁਹਾਡਾ। ਇਹ ਸਨ ਪ੍ਰੋਫੈਸਰ ਅਰਵਿੰਦ। ਇਹਨਾਂ ਤੋਂ ਰਿਪੋਰਟ ਕਾਰਡ ਅਸੀਂ ਲਿਆ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ, ਕੀ ਮਾੜਾ ਲੱਗਿਆ, ਤੁਸੀਂ ਫੀਡਬੈਕ ਦੇ ਸਕਦੇ ਹੋ। ਪਰ ਪ੍ਰੋਫੈਸਰ ਅਰਵਿੰਦ ਜਦੋਂ ਤੱਕ ਉੱਥੇ ਰਹਿਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਮੰਚ ਸਵਾਲ ਕਰਦਾ ਰਹੇਗਾ, ਕਿਉਂਕਿ ਸਵਾਲ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦੇ ਭਵਿੱਖ ਦਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਸਿੱਖਿਆ ਦਾ ਅਦਾਰਾ, ਉਹ ਸਿੱਖਿਆ ਦਾ ਕੇਂਦਰ ਹੈ ਜਿਸ ਦੇ ਨਾਲ ਪੰਜਾਬ ਦਾ ਇਤਿਹਾਸ, ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਸਮਾਜ ਸਾਰਾ ਜੁੜਿਆ ਹੋਇਆ ਤੇ ਇਹ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈਗਾ। ਜਿਹੜੇ ਪੰਜਾਬੀ ਦੁਨੀਆ ਭਰ 'ਚ ਬੈਠੇ ਆ ਉਹਨਾਂ ਸਾਰਿਆਂ ਨਾਲ ਇਹ ਸਿੱਧਾ ਰਿਸ਼ਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੈਗਾ। ਮੈਂ ਕੋਸ਼ਿਸ਼ ਕਰੂੰਗਾ ਇਸ ਤੋਂ ਬਾਅਦ ਜਦੋਂ ਅਗਲੀ ਵਾਰ ਪ੍ਰੋਫੈਸਰ ਅਰਵਿੰਦ ਦਾ ਇੰਟਰਵਿਊ ਕਰਾਂ ਤੇ ਹੋਰ ਸਵਾਲ ਹੋਣਗੇ, ਕਿਉਂਕਿ ਹਜੇ 6 ਮਹੀਨੇ ਬੀਤੇ ਹੈ। ਜਦੋਂ ਹੋਰ ਵਕਤ ਬੀਤੇਗਾ ਤੇ ਫਿਰ ਸਵਾਲ ਹੋਰ ਤਿੱਖੇ ਹੋ ਜਾਣਗੇ। ਬਹੁਤ ਧੰਨਵਾਦ।